ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਧੰਨ ਵਾਹਿਗੁਰੂ ਸਾਹਿਬ ਜੀਓ। ਅਬ ਮੈਂ ਕੌਣ ਉਪਾਹੁ ਕਰੂੰ, जेह बिद मन को संसाह चूकै, भव निद पार पारों। अब मैं कौन उपाहु करूं, जेह बिद मन को संसाह चूकै, भव निद पार पारों। जन्म पाए कछ भलो न कीनो, ताते अधिक डरों। मन बच क्रम हर गुण नहीं गाए, यह जी सोच थारो। गुर मत सुन कछ ज्ञान न उपजियो, पस जो उदर भरो। कहो नानक प्रभ बिरद पछानो, तब हाँ पतत तारों। गुरमत सुन कछ ज्ञान न उपजियो, पस ज्यों उदर भरों। कहो नानक प्रभ बिरद पछानो, तब हाँ पतत तारों। डंडोत बंदन अनेक बार, सर्व कला समरथ। डोलन ते राखो हो प्रभु, नानक दे कर हथ। परम सन्मान योग जुगो जुग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर संध्या दे इस गुरमत दीवान दी आप जी हाजरी भर रहे हो। सतगुरां दी ਅੰਮ੍ਰਿਤ ਬਾਣੀ ਦਾ ਕੀਰਤਨ ਸਨਮਾਨਯੋਗ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਕੋਮਲ ਸਰਵਣ ਕਰਾ ਰਹੇ ਸਨ।
ਕੱਲ ਸੰਧਿਆ ਵੇਲੇ ਜੋ ਵਿਚਾਰ ਆਪਾਂ ਪ੍ਰਾਰੰਭ ਕੀਤੀ ਹੈ, ਉਸੇ ਵਿਚਾਰ ਦੀ ਲੜੀ ਨੂੰ ਅੱਗੇ ਹਜ਼ੂਰ ਦੀ ਕਿਰਪਾ ਨਾਲ ਆਪਾਂ ਵਿਚਾਰਨ ਦਾ ਯਤਨ ਕਰੀਏ। ਆਪ ਜਿਤਨੇ ਸਤਿਗੁਰੂ ਦੀ ਚਰਨ ਸ਼ਰਨ ਵਿੱਚ ਸੁਭਾਏਮਾਨ ਹੋ, ਸਾਧ ਸੰਗਤ ਅਸੀਸ ਬਖਸ਼ੋ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰਾਂ ਜੀ ਦੀ ਬਖਸ਼ਿਸ਼ ਕੀਤੀ ਫਤਿਹ ਸਵੀਕਾਰ ਕਰੋ ਔਰ ਅਦਬ ਸਹਿਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਸੰਧਿਆ ਦੇ ਦੀਵਾਨ 'ਚ ਜਿਨ੍ਹਾਂ ਸਤ ਸੰਗੀ ਜਨਾਂ ਨੇ ਹਾਜ਼ਰੀ ਭਰੀ ਹੈ, ਉਹਨਾਂ ਨੂੰ ਇਹ ਪਤਾ ਹੈ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ 400 ਸਾਲਾ ਆਗਮਨ ਪੁਰਬ ਨੂੰ ਸਮਰਪਿਤ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਨੌਮ ਸਤਿਗੁਰੂ ਜੀ ਨੂੰ ਪ੍ਰੇਮ ਭਾਵਨਾ ਸਹਿਤ ਯਾਦ ਕਰ ਰਹੇ ਨੇ। ਕੱਲ ਅਰਜ਼ ਕੀਤੀ ਸੀ, ਅਕਸਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਤ ਚੱਲਦੀ ਹੈ ਤੇ ਹਰ ਇੱਕ ਦੀ ਜ਼ਬਾਨ ਤੇ ਦੋ ਵਾਕ ਜ਼ਰੂਰ ਹੁੰਦੇ ਨੇ। ਇੱਕ ਤਾਂ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਖਿੰਦ ਦੀ ਚਾਦਰ ਨੇ। ਦੂਸਰਾ ਵਾਕ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬੈਰਾਗਮਈ ਬਾਣੀ ਹੈ। ਇਹ ਦੋ ਵਾਕ ਸਾਨੂੰ ਬਹੁਤ ਸੁਣਨ ਨੂੰ ਮਿਲਦੇ ਆ, ਹਨ ਵੀ ਸੱਚ। ਉਂਝ ਵੈਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਜ਼ਿਕਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਰਚਨਾ ਵਿੱਚ ਖੁਦ ਕੀਤਾ ਹੈ। ਜਿਹੜੇ ਅਸੀਂ ਇਹ ਬਚਨ ਪੜ੍ਹਨੇ ਆ, ਤਿਲਕ ਜੰਨੂ ਰਾਖਾ ਪ੍ਰਭ ਤਾਕਾ। ਤਾਕਾ ਦਾ ਅਰਥ ਹੈ ਉਹਨਾਂ ਦਾ। ਇਹ ਸ਼ਬਦ ਬਹੁਤ ਡੂੰਘਾ, ਤਾਕਾ ਉਹਨਾਂ ਦਾ। ਕਿਨੋ ਵੱਡੋ ਕਲੂ ਮੈਂ ਸਾਕਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਸ ਸ਼ਹਾਦਤ ਨੂੰ ਫਿਰ ਸਾਡੇ ਇੱਕ ਇਤਿਹਾਸਕ ਗ੍ਰੰਥ ਵਿੱਚ ਜੋ ਕਾਵਕ ਹੈ, ਉਸ ਗ੍ਰੰਥ ਦੇ ਵਿੱਚ ਕਵੀ ਸੈਨਾਪਤ ਜੀ ਦਾ ਲਿਖਿਆ ਸ਼੍ਰੀ ਗੁਰੂ ਸ਼ੋਭਾ, ਉਸ ਤੋਂ ਬਾਅਦ ਫਿਰ ਉਹ ਇਸ ਸ਼ਹਾਦਤ ਦਾ ਜ਼ਿਕਰ ਕਰਦੇ ਆ। ਜਿਹੜੇ ਸ਼ਬਦ ਵਰਦੇ ਆ, ਉਹ ਸ਼ਬਦ ਵਰਦੇ ਆ, ਪ੍ਰਗਟ ਪੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਪਰ। ਜੋ ਪੁਰਾਣੇ ਮੈਂ ਇਹ ਸੰਚਿਆਂ ਦਾ ਪਾਠ ਕੀਤਾ ਸ਼੍ਰੀ ਗੁਰੂ ਸ਼ੋਭਾ ਦਾ, ਉੱਥੇ ਸ਼ਬਦ ਜਾਕੀ, ਪ੍ਰਗਟ ਪੈ ਗੁਰੂ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਜਾਕੀ ਚਾਦਰ। ਪਰ ਪਾਠ ਜਿਹੜਾ ਪ੍ਰਚਲਿਤ ਹੈ ਉਹ ਟੁਕਦਾ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ। ਸਗਲ ਸ੍ਰਿਸ਼ਟ ਸ਼ਬਦ ਵਰਤਿਆ ਹੈ। ਉਹਦੇ ਵਿੱਚ ਕਵੀ ਸੈਨਾਪਤੀ ਇੱਕ ਹੋਰ ਸ਼ਬਦ ਕਹਿੰਦੇ ਆ, ਜਾਂ ਤੇ ਸਰਬ ਧਰਮ ਬੰਚ ਗਇਓ। ਸਰਬ ਧਰਮ, ਇਹ ਗੱਲ ਯਾਦ ਰੱਖਿਓ। ਠੀਕ ਹੈ, ਹਿੰਦ ਦੀ ਚਾਦਰ ਨੇ ਆਪਾਂ ਨਫ਼ਰਤ ਨਾਲ ਨਹੀਂ ਦੇਖਣਾ, ਪਰ ਗੁਰੂ ਨੂੰ ਕਦੀ ਵੀ ਇੱਕ ਖਿੱਤੇ ਤੱਕ ਸੀਮਤ ਨਹੀਂ ਰੱਖੀਦਾ। ਗੁਰੂ ਕਰੋੜਾਂ ਬ੍ਰਹਿਮੰਡਾਂ ਦਾ ਸਿਰਜਕ ਹੈ। ਇਸ ਬੇਨਤੀ ਨੂੰ ਕੇਵਲ ਇਹ ਆਪਣੇ ਕੋਲੋਂ ਸ਼ਬਦ ਨਹੀਂ। ਆਪ ਜੀ ਜਦੋਂ ਪਾਠ ਕਰਦੇ ਹੋ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਬਾਹਰ ਅਨਮਤ ਕਈ ਵਾਰੀ ਸਾਡੀ ਵਿਆਖਿਆ ਨੂੰ ਪ੍ਰਭਾਵਿਤ ਕਰਦੇ ਆ, ਕੋਈ ਸ਼ੱਕ ਨਹੀਂ। ਅੱਜ ਵੀ ਕਰ ਰਹੇ ਆ, ਪਹਿਲਾਂ ਵੀ ਕਰਦੇ ਸਨ। ਅਸੀਂ ਦੂਜੇ ਦੇ ਧਰਮ ਦੇ
ਕਰਮਾਂ ਦੀ ਰੀਸ ਲੈ ਕੇ ਉਹਦੇ ਅਨੁਸਾਰ ਆਪਣੀ ਵਿਆਖਿਆ ਸ਼ੁਰੂ ਕਰ ਦਿੰਦੇ ਹਾਂ। ਦਾਸ ਨੇ ਇੱਕ ਵਾਰ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ, ਪਿਆਰਿਓ ਤੁਹਾਨੂੰ 5 ਦੀ ਸਿਫਤ ਮਿਲੇਗੀ, ਪਰ 5 ਮੈਂ ਸ਼ਬਦ ਵਰਤੇ ਨੇ ਖੈਣ ਇੱਕੋ ਹੀ। ਇੱਕ ਤਾਂ ਸਿਫਤ ਮਿਲੇਗੀ ਅਕਾਲ ਪੁਰਖ ਵਾਹਿਗੁਰੂ ਜੀ ਦੀ, ਜਿਨ੍ਹਾਂ ਨੂੰ ਅਸੀਂ ਪਰਮੇਸ਼ਵਰ ਕਹੀਏ, ਪ੍ਰਭੂ ਕਹੀਏ, ਰਾਮ ਕਹੀਏ, ਅੱਲਾ ਕਹੀਏ, ਗੋਬਿੰਦ ਕਹੀਏ, ਬਾਕੀ ਸਾਰੇ ਕੀਰਤਮ ਨਾਮ ਨੇ, ਪਰ ਸਤ ਨਾਮ ਉਹਦਾ ਪਰਾ ਪੂਰਬਲਾ, ਕੱਲ ਵੀ ਅਸੀਂ ਵਾਚਿਆ ਸੀ। ਦੂਸਰਾ ਗੁਰ ਪਰਮੇਸ਼ਰ ਦੀ, ਫਿਰ ਬੇਨਤੀ, ਇੱਕ ਪਾਰ ਬ੍ਰਹਮ ਪਰਮੇਸ਼ਰ ਤੇ ਦੂਸਰਾ ਗੁਰ ਪਰਮੇਸ਼ਰ, ਗੁਰ ਵਿੱਚ ਪਰਮੇਸ਼ਵਰ ਵਰਤਦਾ। ਇਸ ਬੇਨਤੀ ਨੂੰ ਫਿਰ ਸੁਣਿਓ, ਮੈਂ ਸ਼ੁਰੂਆਤ ਉੱਥੇ ਕਰਨੀ ਜਿੱਥੋਂ ਕੱਲ ਛੱਡਿਆ ਸੀ। ਪਾਠ ਆਪ ਆਗਰ ਦੇ ਜਿਹੜੇ ਪਾਠ ਕਰਦੇ ਹੋ ਰੋਜ਼, ਤੇ ਬਹੁਤ ਚੰਗੀ ਗੱਲ ਹੈ ਗੁਰਮੁਖੋ, ਗੁਰੂ ਗ੍ਰੰਥ ਸਾਹਿਬ ਦਾ ਪਾਠ ਖੁਦ ਕਰੋ, ਪਰ ਬੇਨਤੀ ਹੈ ਸੰਥਿਆ ਲੈ ਕੇ ਪਾਠ ਕਰੋ। ਪੰਜਾਬੀ ਚੰਗੀ ਗੱਲ, ਗੁਰਮੁਖੀ ਅੱਖਰਾਂ ਦੀ ਪਹਿਚਾਨ ਹੋਣੀ ਬੜੀ ਚੰਗੀ ਗੱਲ ਹੈ, ਪਰ ਇਹ ਨਹੀਂ ਵੀ ਜੇ ਆਪਾਂ ਪੰਜਾਬੀ ਪੜ੍ਹਨ ਲੱਗ ਪਏ ਤੇ ਪੰਜਾਬੀ ਪੜ੍ਹਨ ਨਾਲ ਬਿਨਾਂ ਕਿਸੇ ਹੈਲਪ ਤੋਂ ਜਾਂ ਬਿਨਾਂ ਕਿਸੇ ਉਸਤਾਦ ਦੀ ਮਦਦ ਤੋਂ ਅਸੀਂ ਸ਼ੁੱਧ ਪਾਠ ਕਰ ਲਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਪਾਠ ਕਰਨ ਲਈ ਸੰਥਿਆ ਹੋਣੀ ਲਾਜ਼ਮੀ ਹੈ। ਉਹਦੇ ਕਈ ਕਾਰਨ ਨੇ। ਕਈ ਥਾਵਾਂ ਤੇ ਸ਼ਬਦ ਵੇਖਣ ਨੂੰ ਲੱਗਦਾ ਹੈ ਬਹੁਵਚਨ, ਹੁੰਦਾ ਇੱਕ ਵਚਨ ਹੈ। ਜਿਵੇਂ 5ਵੀਂ ਪੌੜੀ ਵਿੱਚ ਅਸੀਂ ਪਾਠ ਕਰਨੇ ਆ, ਜੇ ਖਾਓ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਅੱਗੇ ਹੈ ਗੁਰਾ। ਉਂਝ ਬੰਦਾ ਜਿਹੜਾ ਨਹੀਂ ਸੰਥਿਆ ਦਾ ਜਾਣਕਾਰ ਹੋ ਸਕਦਾ, ਉਹ ਨਾਸਕੀ ਬਿੰਦੀ ਬੋਲਦੇ ਗੁਰਾਂ, ਪਰ ਪਾਠ ਇੱਕ ਵਚਨ ਗੁਰਾ ਹੈ ਸਤਿਗੁਰੂ। ਇਸੇ ਤਰ੍ਹਾਂ ਇੱਕ ਗੁਰੂ ਰਾਮਦਾਸ ਜੀ ਦਾ ਬਚਨ ਆਉਂਦਾ, ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾ। ਸਿਰ ਮੇਰੀ ਬੇਨਤੀ ਇਹ ਵੀ ਪਾਠ ਚੰਗੇ ਸ਼ੁੱਧ ਪਾਠੀ ਤੋਂ ਸੰਥਿਆ ਜਿਹੜਾ ਕਰਾ ਰਿਹਾ ਹੈ ਉਹ ਜ਼ਰੂਰੀ ਹੈ। ਪਹਿਲਾਂ ਵੈਸੇ ਅੱਜ ਮਿਲਦੀਆਂ ਨਹੀਂ, ਸ਼੍ਰੀ ਅੰਮ੍ਰਿਤਸਰ ਸਾਹਿਬ ਚਲੇ ਜੋ 3 ਪੋਥੀਆਂ ਮਿਲਦੀਆਂ ਨੇ ਜੀ, ਟਕਸਾਲਾਂ ਵਿੱਚ, ਸੰਸਥਾਵਾਂ ਵਿੱਚ, ਕਾਲਜਾਂ ਵਿੱਚ। ਜਦੋਂ ਸੰਥਿਆ ਦਿੰਦੇ ਸਨ, ਪਹਿਲੀ ਪੋਥੀ ਦਾ ਪਾਠ ਕਰਾਉਂਦੇ ਸਨ ਉਸਤਾਦ 5 ਗ੍ਰੰਥੀ, ਉਸ ਤੋਂ ਬਾਅਦ ਦੂਜੀ ਪੋਥੀ ਸ਼ੁਰੂ ਕਰਾਉਂਦੇ ਸਨ 22 ਵਾਰਾਂ, ਤੀਸਰੀ ਪੋਥੀ ਸ਼ੁਰੂ ਕਰਾਉਂਦੇ ਸਨ ਭਗਤ ਬਾਣੀ। ਇਹ 3 ਪੋਥੀਆਂ ਸੰਪੂਰਨ ਹੋਣ ਤੋਂ ਬਾਅਦ 5 ਗ੍ਰੰਥੀ, 22 ਵਾਰਾਂ ਤੇ ਭਗਤ ਬਾਣੀ। ਭਗਤ ਬਾਣੀ ਵਿੱਚ ਸ਼ਲੋਕ ਸਹਿਸਕ੍ਰਿਤੀ ਵੀ ਤੇ ਭੱਟ ਸਾਹਿਬਾਨ ਜੀ ਦੇ ਸਵਈਏ ਵੀ ਆ ਜਾਂਦੇ ਆ। ਉਹ ਕਿਉਂਕਿ ਜਿਹੜੀ ਅੱਜ ਪੰਜਾਬੀ ਅਸੀਂ ਬੋਲ ਰਹੇ ਹਾਂ, ਉਹ ਪੰਜਾਬੀ ਸਾਡੇ ਤੋਂ ਤੁਸੀਂ ਦੇਖੋ, ਬਾਬਾ ਫਰੀਦ ਸਾਹਿਬ 1170 ਨੂੰ ਪੈਦਾ ਹੋਇਆ, ਅੱਜ 2021 ਹੋ ਚੁੱਕਾ ਹੈ। ਕਿੰਨੀਆਂ ਸਦੀਆਂ ਹੋ ਗਈਆਂ। ਜੋ ਪੰਜਾਬੀ ਉਹਨਾਂ ਨੇ ਬੋਲੀ, ਉਹ ਲਹਿੰਦੀ ਪੰਜਾਬੀ ਕੁਝ ਕੁ ਤੁਹਾਨੂੰ ਪਾਕਿਸਤਾਨ ਦੇ ਹਿੱਸੇ ਵਿੱਚ ਮਿਲੇਗੀ, ਪਰ ਯਾਦ ਰੱਖਿਓ ਇਸ ਪੰਜਾਬ ਵਿੱਚ ਸ਼ਹਿਰਾਂ ਵਿੱਚ ਕੋਈ ਸੱਜਣ ਬਜ਼ੁਰਗ ਮੈਂ ਵੇਖੇ ਆ, ਸ਼ਹਿਰੀ ਸੱਜਣ ਵਰਤਦੇ ਆ, ਉਹਦੋਂ ਪੰਜਾਬੀ ਨਹੀਂ ਵਰਤ ਰਹੇ। ਹੁਣ ਪਹਿਲਾ ਆਰੰਭ ਹੀ ਲਹਿੰਦੀ ਤੋਂ ਹੈ। ਨਾਨਕ ਹੋਸੀ ਭੀ ਸੱਚ, ਹੋਸੀ ਲਹਿੰਦੀ ਹੈ। ਆਪ ਪਾਠ ਕਰਦੇ ਹੋ, ਹੈ ਭੀ ਹੋਸੀ ਜਾਏ ਨਾ ਜਾਸੀ, ਇਹ ਲਹਿੰਦੀ ਹੈ ਸਾਰੀ। ਉਹੀ ਤਾਂ ਸ਼ਬਦ ਜਾਏਗਾ ਨਹੀਂ, ਪਰ ਫਿਰ ਵੀ ਮੇਰੀ ਬੇਨਤੀ ਹੈ ਕਿ ਜਦੋਂ ਅਸੀਂ ਇਹ ਪਾਠ ਕਰਨੇ ਆ, ਮੈਂ ਵਿਸ਼ੇ ਤੋਂ ਦੂਰ ਨਾ ਜਾਵਾਂ ਕਿ ਸਤਿਗੁਰੂ ਜੀ ਨੇ ਇਹ ਸਵਈਆਂ ਤੋਂ ਪਹਿਲਾਂ, ਭੱਟਾਂ ਦੇ ਸਵਈਆਂ ਤੋਂ ਪਹਿਲਾਂ, ਵਿਸ਼ਾ ਨਹੀਂ ਮੇਰਾ ਵੈਸੇ, ਗੁਰੂ ਅਰਜਨ ਦੇਵ ਦੇ ਮੁੱਖ ਵਾਕ ਸਵਈਏ ਕਿਉਂ ਨੇ? ਭੱਟਾਂ ਦੇ ਸਵਈਏ ਬਾਅਦ ਵਿੱਚ ਆਉਂਦੇ ਆ, ਪਹਿਲਾਂ 2 ਸਰਲੇਖ ਗੁਰੂ ਅਰਜਨ ਦੇਵ ਜੀ ਦੇ ਸਵਈਏ ਨੇ। ਗੁਰੂ ਨਾਨਕ ਸਾਹਿਬ ਦੇ 19 ਰਾਗਾਂ 'ਚ ਬਾਣੀ ਹੈ, ਸ਼ਲੋਕ 12 ਤੇ ਵਧੇਕ ਨੇ, ਪਰ ਸਵਈਏ ਨਹੀਂ। ਹਾਲਾਂਕਿ ਕਿ ਸਵਈਏ ਸਾਨੂੰ ਸ਼ਬਦਾਂ ਵਿੱਚ ਮਿਲਣਗੇ ਜ਼ਰੂਰ, ਬੰਤਰ ਮਿਲੇਗੀ ਸ਼ਬਦਾਂ ਵਿੱਚੋਂ ਸਵਈਆਂ ਦੀ ਮਾਤਰਾ ਦੇ ਆਧਾਰ ਨਾਲ। ਸਿਰਫ ਗੁਰੂ ਅਰਜਨ ਦੇਵ ਦੇ ਸਵਈਏ ਨੇ। ਤੇ ਮਨ ਇਹ ਕਹਿੰਦਾ ਹੈ ਕਿ ਸਿੱਖ ਦੇ ਮਨ 'ਚ ਪਾਠ ਕਰਦਿਆਂ ਕਦੀ ਫੁਰਨਾ ਨਾ ਉੱਠੇ ਕਿ ਭੱਟ ਗੁਰੂ ਨਾਨਕ ਸਾਹਿਬ ਨੂੰ ਪ੍ਰਤੱਖ ਪਾਰ ਬ੍ਰਹਮ ਕਿਉਂ ਕਹਿ ਰਹੇ ਆ। ਸੁਣਿਓ, ਅਸੀਂ ਪਾਠ ਕਰਨੇ ਆ, ਗੁਰੂ ਅਰਜਨ ਸਾਹਿਬ ਦਾ ਬਚਨ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ, ਏਕ ਜੀ ਕਿਆ ਬਖਾਨੈ, ਹਾਂ ਕੇ ਬਲ 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 ਸਦ ਬਲਖਾਰ। ਉਹਨਾਂ ਦਾ ਬਚਨ ਹੈ, ਬਲਿਓ ਚਿਰਾਗ ਅੰਧਿਆਰ ਮੈਂ,
सब कल उदरी एक नाम धर्म, प्रगट सकल हर भवन में, जन नानक गुर पार ब्रह्म। जन नानक गुर पार ब्रह्म। इंज प्रतीत हुंदा है, ये नहीं कि मेरा दावा है कि सतगुरु सानू सुमत दिंदे ने कि अगे भट्टां ने गुर परमेश्वर जान के सिफत करनी है। पार ब्रह्म परमेश्वर, गुर परमेश्वर। ताई फिर भट्ट कहते ने आप नारायण कला धार जग में परवरियो। ताई भट्ट साहब ये शब्द कह रहे जोत रूप हर आप गुरु नानक कहायो। ताई भट्ट साहब ने शिखर कर दिता। महाराज कहते तू सतगुर चौं जुगी आप आपे परमेश्वर। बड़ा वड्डा शब्द है। देखो एक बचन है, प्रतख दे पार ब्रह्म स्वामी आद रूप पोखण भरन। गुरु रामदास की सिफत है। पार ब्रह्म परमेश्वर। दूजा में शब्द वरत्या गुर परमेश्वर। देखो एक पासे मूल मंत्र च असीं कहने एक ओंकार करता पुरख है, पढ़ने है ना, करता दा अर्थ है सब कुछ बनाउण वाला। बाणी विच जाके गुरु साहब कहणगे गुरु भी करता है। गुर करता, गुर करने जोग, गुर परमेश्वर है पियोग। गुरु भाई नंद लाल साहब जी ने गुरु गोबिंद सिंह जी की सिफत करदे जेड़े ये तुक लिखी, कादरे हर कार गुर गोबिंद सिंह। ये अर्थ करता पुरखी ने। हर कार दे करते दा नाम गुरु गोबिंद सिंह है। ये गुर परमेश्वर है। तीसरी गुरु ग्रंथ साहिब विच इबादत करन वाले गुरमुख दी भी सिफत है। इस बेनती नूं फिर सुनियो। पार ब्रह्म परमेश्वर गुर परमेश्वर, पर ये अंदरों दो तीन नहीं, मैं लफ्ज 5 वरत लिया। गुर सिख दी, गुरमुख दी, ओदी भी सिफत की। महाराज ने बड़े शब्द कहे, जिहड़ा सुखमनी साहिब च पढ़दे हो कि धन 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 जन आया जिस प्रसाद सब जगत तराया। ये सिफत है। बंदगी वालियां दी सिफत की। ते रोज सौं लग्या जिस तुक नाल असी नितनेम संपूर्ण करने हाँ, वो साडी बेनती है जी। अंतरजामी पुरख विधाते श्रद्धा मन की पूरे, नानक दास ए है सुख मांगे मोको कर संतन की तूरे। 3 हो गए जी। चौथा गुरु ग्रंथ साहब की बाणी च प्रभु दे नाम की भी सिफत है। याद रखियो, पाठ करोगे नाम दी भी सिफत है। इसे करके महाराज ने क्या वड्डी वड्याई जां वड्डा नाम, तेरा नाम बड़ा वड्डा है, तेरी ये भी वड्याई है। नाम की सिफत किन्ने शब्द ने कि प्रभ कै सिमरन गर्भ ना बसे, की है जी नाम की सिफत है ना। उस तो अगली मैं बेनती करांगा, श्री गुरु ग्रंथ साहिब के अंदर बाणी विच बाणी दी भी सिफत है। बाणी बाणी की सिफत कर रही। हुण असीं पाठ करने जिवें हमारी प्यारी अमृत धारी गुर निमुख ना मनते टारी दे बाणी की सिफत है। बाणी गुरु, गुरु है बाणी विच बाणी अमृत सारे, ये बाणी की सिफत है। ये 5 जड़ियां सिफतां ने, पर हैं इको ही, ओत पोत ने सारे। मैं फिर बेनती करा, गुरु साहब जी नूं कदी भी ठीक असी खित्ते च बन देंगे, पर गुरु करोड़ां ब्रह्मंडां दा सिरजक है। उन्होंने सीमा च नहीं बनिया जा सकता। कल मैं बेनती की गुरु तेग बहादुर साहब की बाणी असी शुरू की ते अर्ज मैं की सी, असी कहने हजूर की बाणी च बैराग है, बैरागमई बाणी है। तो मैं आपनू बेनती की, पर ये 3 शब्द जेडे दास ने वरते ने, यदा मतलब ये नहीं कि गुरु तेग बहादुर की बाणी असी 3 च बन लीए। नहीं नहीं, मैं अर्ज की सी, सब तो पहला गुरु तेग बहादुर साहब की बाणी विच त्याग है। त्याग तो बाद गुरु तेग बहादुर साहब की बाणी विच बैराग है। तीसरा गुरु तेग बहादुर साहब की बाणी विच अनुराग है। 3 शब्द ने, त्याग, बैराग और अनुराग। कल रात असी जी कथा च विचारिया सी, साधो मन का मान त्यागो। ते आपनू मैं अर्ज की सी, इस मन का मान त्यागो दा सिर्फ उन्होंने पता है जिहड़ा बंदा साधना कर रहा है, जिहदे अंदर फुरने उठदे कर्म करन तो बाद कि मैं यह कुछ कर लिया, यह कुछ किया। यही कारण कि मैं मनमुखी हंकार दा जिक्र नहीं किया, सिर्फ जिक्र किया सी बंदा साधना करदा करदा भी कई बारी
ਆਪਣੇ ਮਨ ਦੇ ਫੁਰਨਿਆਂ ਦੀ ਖੌਮੇ ਦੇ ਵਿੱਚ ਹੀ ਰੁਕ ਜਾਂਦਾ ਹੈ। ਕੱਲ ਅਸੀਂ ਵਿਚਾਰਿਆ ਸੀ, ਹਮ ਵੱਡ ਕਬ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ। ਸੱਚੀ ਮੁੱਚੀ ਫੁਰਨੇ ਨੇ ਜਿਹੜੇ ਸਾਡੇ ਮਨ ਨੂੰ ਰੋਕਦੇ ਆ। ਗੁਰੂ ਸਾਹਿਬ ਜੀ ਦੀ ਬਾਣੀ 'ਚ ਇੱਕ ਹੋਰ ਬਚਨ ਹੈ। ਉਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਮੈਂ ਤਕਰੀਬਨ ਸਾਲ ਡੇਢ ਹੋ ਗਿਆ, ਮੈਂ ਸਿਰਫ ਗੁਰੂ ਸਾਹਿਬ ਦੇ ਬਚਨ ਕੀ ਵਿਚਾਰ ਰਿਹਾ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਪੁਨਰੁਕਤੀ ਬਹੁਤ ਹੈ। ਪੁਨਰੁਕਤੀ ਆਪਾਂ ਸਮਝਦੇ ਨਾ ਵੀ ਅੰਗਰੇਜ਼ੀ 'ਚ ਕਹਿੰਦੇ ਰੈਪੀਟੇਸ਼ਨ ਹੈ ਨਾ, ਜਾਂ ਦੁਹਰਾਓ ਕਹਿ ਲਓ। ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ 'ਚ ਬਹੁਤ ਦੁਹਰਾਓ ਹੈ। ਘਟਨਾ ਉਹੀ ਨਹੀਂ, ਅਜਾਮਲ, ਗਨਕਾ, ਧਰੂ, ਪੰਚਾਲੀ, ਗੱਜ ਤੇ ਵਾਰ-ਵਾਰ ਨਾਮ ਸਿਮਰਨ ਮੌਤ ਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਕਰਦੇ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ ਬਾਣੀ 'ਚੋਂ ਕਿ ਮਨ ਦਾ ਮਾਨ ਤਿਆਗਣ ਵਾਸਤੇ ਅਰਦਾਸ ਕਰੀਏ, ਕਿਉਂਕਿ ਹੋਰ ਕੋਈ ਸਾਧਨ ਨਹੀਂ। ਸਾਧਨਾ ਤੇ ਬੰਦਾ ਕਰ ਰਿਹਾ ਆਲਰੇਡੀ। ਜੇ ਕਹੋ ਵੀ ਤੂੰ ਨਾਮ ਜਪ ਰਿਹਾ, ਸੇਵਾ ਕਰ ਰਿਹਾ, ਪਰ ਇਹ ਕੁਝ ਕਰਨ ਦੇ ਬਾਵਜੂਦ ਵੀ ਅੰਦਰ ਫੁਰਨੇ ਪੈਦਾ ਹੋ ਰਹੇ ਨੇ ਕਿ ਵਾਕਈ ਮੈਂ ਬੜੀ ਸਾਧਨਾ ਕਰ ਰਿਹਾ। ਇਹਦੇ ਵਿੱਚ ਬੰਦਾ ਬੇਬਸ ਹੁੰਦਾ, ਸਿਰਫ ਉੱਤੇ ਅਰਦਾਸ ਹੀ ਬਚਾ ਸਕਦੀ ਹੈ। ਇਹ ਸਤਿਗੁਰਾਂ ਨੇ ਇੱਕ ਬਚਨ ਕਿਹਾ, ਸ਼ਲੋਕ 2 ਅਸੀਂ ਲੈ ਲਈਏ, ਉਸੇ ਵਿਸ਼ੇ ਨੂੰ ਅੱਗੇ ਮੈਂ ਰੱਖਣ ਲੱਗਾ। ਇੱਕ ਸ਼ਲੋਕ ਹੈ, ਯਤਨ ਬਹੁਤ ਮੈਂ ਕਰ ਰਹੇ ਹੋ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮੈਂ ਬੜੇ ਯਤਨ ਕੀਤੇ ਆ, ਯਤਨ ਬਹੁਤ ਮੈਂ ਕਰ ਰਹੇ ਹੋ। ਅੱਗੇ ਮਿਟਿਓ ਨਾ ਮਨ ਕੋ ਮਾਨ, ਸਾਧੋ ਮਨ ਕਾ ਮਾਨ ਤਿਆਗੋ। ਹਜ਼ੂਰ ਕਹਿੰਦੇ ਨੇ ਇਹ ਫੁਰਨਾ ਜਿਹੜਾ ਕੌਮੇ ਦਾ ਹੈ, ਮਾਨ ਦਾ ਹੈ, ਇਹ ਨਾ ਕਾਬੂ ਆਇਆ, ਇਹ ਅਗਾਂਹ ਜਿਹਨੂੰ ਪੈਦਾਇਸ਼ ਪੈਦਾ ਨਵੀਂ ਚੀਜ਼ ਪੈਦਾ ਕਰੇਗਾ, ਅੰਦਰੋਂ ਦੁਰਮਤ ਪੈਦਾ ਹੋਵੇਗੀ। ਮਹਾਰਾਜ ਜੀ ਨੇ ਫਰਮਾਇਆ, ਯਤਨ ਬਹੁਤ ਮੈਂ ਕਰ ਰਹੇ ਹੋ, ਮਿਟਿਓ ਨਾ ਮਨ ਕੋ ਮਾਨ, ਦੁਰਮਤ ਸਿਓ ਨਾਨਕ ਫਦਿਓ, ਰਾਖ ਲਿਓ ਭਗਵਾਨ। ਰਾਖ ਲਿਓ ਭਗਵਾਨ, ਵਾਹਿਗੁਰੂ ਮੈਨੂੰ ਮਨ ਦੇ ਮਾਨ ਤੋਂ ਬਚਾ ਲੈ। ਇੱਕ ਹੋਰ ਬਚਨ ਇਹ ਆਪ ਜੀ ਸ਼ਲੋਕਾਂ ਦੇ ਅਖੀਰ 'ਚ ਪੜ੍ਹਦੇ ਹੋ, ਤੀਰਥ ਵਰਤ ਅਰਦਾਨ ਕਰ। ਇਹ ਸਾਰੇ ਧਰਮ ਦੇ ਕਰਮ ਨੇ। ਤੀਰਥਾਂ ਦਾ ਇਸ਼ਨਾਨ, ਵਰਤ ਰੱਖਦਾ, ਦਾਨ ਪੁੰਨ ਕਰਦਾ। ਹਜ਼ੂਰ ਨੇ ਜਿੱਥੇ ਸਿੱਖ ਨੂੰ ਸਮਝਾਇਆ, ਯਾਦ ਰੱਖਿਓ, ਉੱਥੇ ਅਨਮਤ ਵਾਲੇ ਨੂੰ ਵੀ ਸਮਝਾਇਆ। ਮੰਨ ਲਓ ਕਿ ਹਿੰਦੂ ਤੀਰਥਾਂ ਤੇ ਜਾ ਰਿਹਾ ਤੇ ਉਹ ਦਾਅਵਾ ਕਰ ਰਿਹਾ ਕਿ ਮੈਂ ਤੀਰਥ ਇਸ਼ਨਾਨੀ ਹਾਂ, ਤੇ ਗੁਰੂ ਸਾਹਿਬ ਨਾਲ ਹੀ ਨੂੰ ਕਹਿੰਦੇ ਨੇ ਕਿ ਤੀਰਥ ਜਾਉ ਤਾਂ ਹਉ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਉਹਨੂੰ ਸਮਝਾਉਂਦੇ ਆ। ਜੇ ਇੱਕ ਹੱਜ ਨੂੰ ਜਾ ਰਿਹਾ ਹੈ ਤੇ ਮਨ 'ਚ ਮੈਲ ਕਹੇ, ਉਹੀ ਔਗਣ ਨੇ, ਤੇ ਗੁਰੂ ਗ੍ਰੰਥ ਸਾਹਿਬ ਉਹਨੂੰ ਵੀ ਵਚਨ ਕਹਿ ਰਿਹਾ, ਸ਼ੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ। ਤੂੰ ਕਿੱਥੇ ਚੱਲਣਾ ਕਾਬੇ ਵਿੱਚ ਹਜ ਕਰਨ ਵਾਸਤੇ? ਤੇਰਾ ਜਾਂ ਕੀ ਦਿਲ ਸਾਬਤ ਨਹੀਂ। ਯਾਦ ਰੱਖਿਓ, ਜਾਂ ਕੀ ਦਿਲ ਇਸਤਰੀ ਲਿੰਗ ਵਰਤੇ, ਸਾਬਤ ਨਹੀਂ। ਸਾਬਤ ਦਾ ਅਰਥ ਹੈ ਸਫਾਈ। ਜੇ ਤੇਰੇ ਦਿਲ ਅੰਦਰ ਹੀ ਸਫਾਈ ਨਹੀਂ ਤੇ ਹਜ ਕਾਬੇ ਜਾ ਕੇ ਕੀ ਕਰੇਗਾ? ਅਗਲਾ ਇਹ ਕਹੇਗਾ ਇਹ ਸਾਡੇ ਧਰਮ ਦਾ ਮਸਲਾ ਹੈ, ਪਰ ਨਹੀਂ। ਗੁਰੂ ਗ੍ਰੰਥ ਸਾਹਿਬ, ਅੱਜ ਅਸੀਂ ਬੈਠੇ ਗੱਲ ਕਰ ਰਹੇ ਸੀ, ਮੈਂ ਥੋੜੀ ਜਿਹੀ ਆਪ ਨੂੰ ਅਰਜ਼ ਕਰਾਂ, ਸੂਝਵਾਨ ਬਾਣੀ ਨੂੰ ਸਮਝਣ ਵਾਲੇ। ਗੁਰੂ ਸਾਹਿਬ ਸੰਕੀਰਣਤਾ ਨਹੀਂ ਵਰਤਦੇ ਬਿਲਕੁਲ ਵੀ। ਇਹ ਮੈਂ ਇਸ ਕਰਕੇ ਨਹੀਂ, ਅਸੀਂ ਸਿੱਖ ਇੱਕ ਦੂਜੇ ਨੂੰ ਖੁਸ਼ ਕਰ ਰਹੇ ਹਾਂ। ਸੱਚ ਇਹ ਵੇ, ਇਸ ਦੁਨੀਆ ਵਿੱਚ ਜੇ ਸਰਬ ਧਰਮ ਦੀ ਅਗਵਾਈ ਕੋਈ ਗ੍ਰੰਥ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਹੀ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਕਰਦੇ। ਭਾਈ ਸਾਹਿਬ ਮੈਂ ਕਿਹਾ, ਫਰੀਦ ਸਾਹਿਬ ਉਹ ਬਿਲਕੁਲ ਇਸਲਾਮੀ ਅਕੀਦੇ ਦੀ ਗੱਲ ਕਰਦੇ ਆ। ਉਹ ਰੂਹਾਂ ਦਾ ਕਬਰ ਵਿੱਚ ਰਹਿਣਾ ਮੰਨਦੇ ਆ। ਬੋਲੇ ਸ਼ੇਖ ਫਰੀਦ ਪਿਆਰੇ ਅੱਲਾ ਲੱਗੇ, ਇਹ ਤਨ ਖੋਸੀ ਖਾਕ ਨਿਮਾਣੀ ਗੋਰ, ਘਰੇ ਤੇਰਾ ਘਰ ਕਬਰ ਵਿੱਚ ਹੋਣਾ। ਗੋਰ ਨਿਮਾਣੀ ਛੱਡ ਕਰੇ ਨੇ ਘਰਿਆ ਕਰ ਆਓ। ਕਬਰ ਆਵਾਜ਼ਾਂ ਮਾਰ ਰਹੀ ਹੈ। ਜਾਂ ਇਹ ਪੜ੍ਹਨੇ ਆ, ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ। ਪਰ ਗੁਰੂ ਨਾਨਕ ਸਾਹਿਬ ਕਹਿ ਰਿਹਾ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬਪੜੀ ਝੜ ਝੜ ਪਵੇ ਅੰਗਿਆਰ। ਮਹਾਰਾਜਾ ਜੀ ਕਹਿੰਦੇ ਰੂਹ ਉੱਥੇ ਵੇ। ਸਤਿਗੁਰੂ ਕਹਿੰਦੇ ਨੇ, ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ। ਬਰੀਕੀ ਨਾਲ ਕਦੀ ਸਾਹਮਣੇ ਬਾਣੀ, ਪਰ ਇਹ ਨਹੀਂ ਤਰਕ ਕਰਨਾ ਬਾਣੀ 'ਚ ਘਾਟਾ ਹੈ ਪਲੀਜ਼। ਹੁਣ ਇਹ ਕਾਰਨ ਕੀ? ਫਰੀਦ ਸਾਹਿਬ ਜਿਹੜੇ ਨੇ ਉਹ ਆਪਣੀ ਗੱਲ ਕਰ ਰਹੇ ਆ, 5 ਵਕਤ ਦੀ ਨਮਾਜ਼ ਦੀ ਗੱਲ ਕਰ ਰਹੇ ਆ। ਹਾਂ, ਉਹਨਾਂ ਰੋਜ਼ਿਆਂ ਦਾ ਜ਼ਿਕਰ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ 'ਚ। ਫਰੀਦ ਸਾਹਿਬ ਨੇ ਰੋਜ਼ੇ ਦਾ ਜ਼ਿਕਰ ਨਹੀਂ ਕੀਤਾ, ਨਮਾਜ਼ ਦਾ ਕੀਤਾ। ਫਰੀਦਾ ਬੇਨਵਾਜਾ ਕੁੱਤਿਆ, ਅਸੀਂ ਉਹਨਾਂ ਦਾ ਸ਼ਲੋਕ ਪੜ੍ਹਦੇ ਹਾਂ।
मैं आप ਨੂੰ ਬੇਨਤੀ ਕਰਾਂ 15 ਭਗਤ ਮੈਂ ਵੀ कहना आप जी भी ਕਹਿੰਦੇ ਹੋ, पर सरलेख अनुसार सिर्फ 14 भगत ने, 15वें ਦੇ ਨਾਮ ਉੱਤੇ ਭਗਤ नहीं आया। सरलेख ਜਿਹੜੇ ਨੇ ਬਾਣੀ 'ਚ कबीर साहब महाराज जी भगत ने, रविदास महाराज जी भगत ने, पर फरीद उत्ते लागू नहीं किया भगत। बाणी सेख फरीद जी औखी 3 वारी सरलेख हुंदा आसा राग विच, सोही राग विच ते श्लोकां विच। गुरु साहब ने बिल्कुल नहीं लिखिया बाणी भगत फरीद की, हालांकि परिभाषिक तौर पर सब तो पहला भगत की जिहड़ी डेफिनेशन है, व्याख्या है, वो बाबा फरीद साहब ने की। मत खूंदी होए ए आना भगत अकल है, पर हंकारी नहीं, सच्ची मुच्ची अंदर दा मान त्याग दिंदा। मत खूंदी होए ए आना, ताण खूंदा होए निताणा, अण खूंदा आप वंडाए। 3 गुण ने जिहदे विच अकल बहुत है। अकल दा सबोधिक अकल नहीं, रूहानीयत भीजी हुई अकल है, जिन्हों भाई गुरदास साहब कहते ने गुर सिੱਖੀ गुर सिख सुन, अंदरों सियाणा बाहरों भोला। बिल्कुल मत दा अकल दा कोट है, पर मत होने के बावजूद गुरु सामने बच्चा ही है। वो दूजी गल ताण है, पर नताणा बन के रहिंदा है। तीसरा अणख होंदा है, आ वंडाए, थोड़े तो थोड़ी वस्तु भी उन्होंने वंडन का पता है, क्योंकि जदों अंदर की नीयत वंडन की होवे, मैं अक्सर कहना बाबा जी तिल भी वंड दिंदे आ, जे अंदर की नीयत बद नीयत हो जाए, अरबां इकट्ठे करके बंदा धेला नहीं वंड सकता। जे नीयत है वंडन की, तिल भी वंडिया जा सकता है। उत्थे सतगुरु ने शब्द वरतिया, भगत जी ने कोई ऐसा भगत सदाए। पर मैं आपनूं जिहड़ी बेनती कर रहा, किड्डी वड्डी सोच है भी। एक विवेकानंद कहते सन, हज़ारां रस्ते ने सच दे मार्ग ते जाण वास्ते, इसे करके गुरु आवाज़ दे के कहता, जित द्वारा उभरै तितै लिहो उबार, जिवें बच सकदे ने वैगुरु तू बचा लै। मैं फिर आपनूं बेनती जिहड़ी कर लगा कि उत्थे भी मान है। तो मैं कल भी कहा भी ये साधो मन का मान त्यागो, आम बंदे लिए नहीं, ये साधना करने वाले ते सूक्ष्म हौमे लिए है। जदों एक हौमे पैदा हो जाती है कि मैं जप कर रहा, मैं तप कर रहा, मैं धर्म कमा रहा, मैं मानवता की सेवा कर रहा, तो कल भी मैं अर्ज की सी, प्यारिओ जिदन जम्मे हाँ रब ने उदन दी नाल हौमे पाईए, इनू हुक्म ते शब्द तो बिना कोई दूर कर ही नहीं सकता। ये जमदे विच हौमे है। हजूर सच्चे पातशाह जी कह रहे हैं कि मान में एक उदाहरण आप जी देना। एक बार मैं अर्ज की सी, श्रीमान भाई साहब भाई वीर सिंह जी, उन्हां दे संबंध विच एक निक्की जी पुस्तक है, नाम ना विसरै संत प्रसाद। ये लिखी है पुस्तक बाबा करतार सिंह जी कमालीए वाले होए ने, पटियाले दे वसनीक जिहड़े होणगे पता होना, बाबा संगत सिंह जी कमालीए वाले, ये भी संप्रदायक। तो उन्होंने उस विच घटना दी, वो भाई साहब ने किते भी घटना का अपनी लिखत जिक्र नहीं किया, ना गुरमुख सिक्ख्या विच, ना प्रणालियां विच, किते भी। पर वो घटना उन्होंने कुछ खास नज़दीकियां नूं सुनाई। मैं बेनती करांगा फुरना की है मैं दा, शायद आपने सुनिया होवे। पहला भाई साहब चढ़दी जवानी च रोज़ाना उन्हां दरबार साहब अमृत वेले पहुँचने, तो अज भी मेरा ख्याल है तकरीबन 70 साल हो चुके ने, बिना नागा उन्हां दी कोठी विचों अज भी गुरु रामदास दे दरबार विच फुल्लां दा गुलदस्ता हुंदा है। उत्थे फुल बड़े सोहने, हर साल मैं जाना कथा करन, पिछे कुटिया हुंज, वैसे भाई साहब दी कुटिया कहंदे, सिमल दा रुख है, बड़े बड़े सोहने रुख ने। अज भी उत्थों सेवादार ना ने, वो गुलदस्ता लैके जाना, उहदा भी कारण है। पर मैं बेनती जिहड़ी कर लगा, उन्होंने दस्सिया भी मैं साधना कर रहा सा, सवेरे दरबार साहब आ जाना, थोड़ा समा हत्थी सेवा करनी। गुरमुखो सिमरन सेवा तो बिना नहीं पाई सकता, हत्थी सेवा तो बिना नहीं पाई सकता। ये सच जे, मैं नहीं कहता भी सिमरन माड़ी गल है। यही तो सतगुरु नानक साहब के घर की विलक्षणता है। तो सियाणे साडे विद्वान कहते ने, खुराक उन्होंने पचेगी जिहड़ा वर्जिश भी करेगा। जिहड़ा खुराक खाई जाएगा ना, अटैक हो जाता है, सीधी गल। कल्ली खुराक मारेगी, जदों 2-2.5 घंटे लांदा वर्जिश ते,
ਖਾਧੀ ਕੋਈ ਖੁਰਾਕ ਪਾ ਜਾਂਦੀ ਏ, ਸਿਮਰਨ ਦੀ ਖੁਰਾਕ ਵੀ ਉਹਨੂੰ ਪਾ ਸਕਦੀ ਜਿਹੜਾ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਦਾ ਹੈ। ਭਾਵੇਂ ਉਹ ਭਾਂਡਿਆਂ ਦੀ ਕਰੇ, ਜੋੜਿਆਂ ਦੀ ਕਰੇ, ਕਿਉਂਕਿ ਪਚਦੀ ਕੋਈ ਨਹੀਂ ਨਾ, ਖੁਰਾਕ ਬੜੀ ਵੱਡੀ ਹੈ। ਇਸੇ ਕਰਕੇ ਗੁਰਬਾਣੀ ਉਹਨਾਂ ਰੋਜ਼ ਆਉਣਾ, ਅੰਮ੍ਰਿਤ ਵੇਲੇ ਮੁੱਕਦੀ ਗੱਲ ਕੀ ਜੀ, ਕੀਰਤਨ ਸੁਣਨਾ। ਇੱਕ ਦਿਨ ਕੀ ਵਾਪਰਿਆ, ਇੱਕ ਦੋ ਬਜ਼ੁਰਗ ਬੈਠੇ ਸਨ, ਭਾਈ ਸਾਹਿਬ ਕੀਰਤਨ ਸੁਣ ਰਹੇ ਸਨ। ਫੁਰਨਿਆਂ ਦੀ, ਖਿਆਲਾਂ ਦੀ ਦੁਨੀਆ ਆਪਣੀ ਹੈ ਜੀ। ਜਿਤਨਾ ਕੋਈ ਬੰਦਾ ਨਿਰਮਲ ਹੋਏਗਾ ਉਹਨਾਂ ਉਹਦਾ ਅੰਦਰ ਟਿਕੇਗਾ, ਜਿੰਨਾ ਕਿਸੇ ਦਾ ਅੰਦਰ ਟਿਕੇਗਾ ਓਨੀ ਉਹਨੂੰ ਖਿਆਲਾਂ ਦੀ ਸਮਝ ਪੈਣੀ ਸ਼ੁਰੂ ਹੋ ਜਾਏਗੀ। ਦੋ ਸੱਜਣ ਕੋਲ ਬੈਠੇ ਗੱਲਬਾਤ ਕਰ ਰਹੇ ਸਨ। ਭਾਈ ਸਾਹਿਬ ਸਿਰਫ ਅੱਖ ਖੋਲ ਕੇ ਕਹਿੰਦੇ ਨੇ, ਮੈਂ ਦੇਖਿਆ, ਮੈਂ ਵਾਪਸ ਆ ਗਿਆ। ਦੂਜੇ ਦਿਨ ਦਰਬਾਰ ਸਾਹਿਬ ਗਿਆ, ਮੇਰਾ ਅੰਦਰ ਨਹੀਂ ਟਿਕਿਆ। ਨਿਰੰਤਰ ਕਈ ਦਿਨ ਜਾਵਾਂ, ਇੰਝ ਲੱਗੇ ਜਿਵੇਂ ਬੱਧਾ ਰੁੱਦਾ ਜਾ ਰਿਹਾ। ਸੱਚੀ ਇਹ ਕੁਝ ਵਾਪਰਦਾ। ਕਈ ਵਾਰੀ ਮਨ ਇੰਨਾ ਮੈਲਾ ਹੁੰਦਾ ਕਿਸੇ ਦਿਨ, ਇਹ ਦੱਸ ਨਹੀਂ ਕਿ ਸਕਦਾ, ਪਰ ਧੱਕੇ ਨਾਲ ਨਿਤਨੇਮ ਕਰਦਾ ਹੈ, ਹੱਠ ਜਾ ਕਰਦਾ ਹੈ, ਚਾਹ ਨਾਲ ਨਹੀਂ ਕਰਦਾ। ਕਹਿੰਦੇ ਇਸ ਤਰ੍ਹਾਂ ਲੱਗਣਾ ਜਿਵੇਂ ਅੰਦਰ ਸੁੱਕ ਗਿਆ। ਜਿਨ੍ਹਾਂ ਗੁਰਮੁਖਾਂ ਦੀ ਸੰਗਤ ਕਰਦੇ ਸਨ ਉਹਨਾਂ ਕੋਲ ਗਏ, ਜਾ ਕੇ ਪੁੱਛਿਓ ਨੇ, ਮੇਰਾ ਮਨ ਨਹੀਂ ਟਿਕ ਰਿਹਾ, ਪਰ ਉਹਦਾ ਜ਼ਿਕਰ ਨਹੀਂ ਕੀਤਾ। ਉਹਨਾਂ ਸਾਰੀ ਰਚਨਾ 'ਚ ਉਸ ਗੁਰਮੁਖ ਦਾ ਕਿਤੇ ਜ਼ਿਕਰ ਨਹੀਂ ਕੀਤਾ। ਬਾਬਾ ਨੋਦ ਸਿੰਘ ਵਿੱਚ 3 ਵਾਰੀ ਉਹਨਾਂ ਦਾ ਜ਼ਿਕਰ ਆਉਂਦਾ ਹੈ, ਪਰ ਨਾਮ ਨਹੀਂ। ਕਹਿੰਦੇ ਉਹਨਾਂ ਨੇ ਮੈਨੂੰ ਪੁੱਛਿਆ, ਤੁਸੀਂ ਅਭਿਆਸ ਕਿੱਥੇ ਕਰਦੇ ਹੋ ਜੀ? ਮੈਂ ਦਰਬਾਰ ਸਾਹਿਬ। ਅੱਗੋਂ ਕਹਿਣ ਲੱਗੇ, ਦਰਬਾਰ ਸਾਹਿਬ ਤਾਂ ਸੰਗਤਾਂ ਬਹੁਤ ਆਉਂਦੀਆਂ ਨੇ, ਕੀਰਤਨ ਹੁੰਦਾ ਹੈ, ਬਾਣੀ ਦਾ ਪਾਠ ਹੈ, ਆਵਾਜਾਈ ਹੈ। ਤੁਸੀਂ ਜੇ ਅਭਿਆਸ ਕਰਨਾ ਹੈ ਤੇ ਕਿਸੇ ਇਕਾਂਤ ਬਾਗ ਵਿੱਚ ਚਲੇ ਜਾਓ। ਭਾਈ ਸਾਹਿਬ ਕਹਿੰਦੇ ਨੇ, ਮੈਂ ਦੂਸਰੇ ਦਿਨ ਮੱਥਾ ਟੇਕਣਾ ਤੇ ਰਾਮ ਬਾਗ ਚਲਾ ਗਿਆ, ਜਿਹਨੂੰ ਅੱਜ ਕੱਲ੍ਹ ਮੇਰੇ ਖਿਆਲ ਕੰਪਨੀ ਬਾਗ ਕਹਿੰਦੇ ਅੰਮ੍ਰਿਤਸਰ, ਹੈ ਨਾ। ਵੈਸੇ ਤੇ ਰਾਮ ਬਾਗ ਗੁਰੂ ਰਾਮਦਾਸ ਦੇ ਨਾਮ ਤੇ ਹੈ, ਰਾਮ ਬਾਗ। ਕਹਿੰਦੇ ਮੈਂ ਰਾਮ ਬਾਗ ਚਲਾ ਗਿਆ, ਬਸ ਉੱਥੇ ਮਨ ਟਿਕ ਗਿਆ। 6 ਮਹੀਨੇ ਦੇ ਕਰੀਬ ਉਹਨਾਂ ਕਿਹਾ, ਮੈਂ ਉੱਥੇ ਜਾਂਦਾ ਰਿਹਾ। 6 ਮਹੀਨਿਆਂ ਬਾਅਦ ਉੱਥੇ ਵੀ ਸੋਕਾ ਜਿਹਾ ਪੈ ਗਿਆ, ਅੰਦਰ ਜਿਵੇਂ ਟੋਟਾ ਪੈ ਜਾਣਾ। ਕਹਿੰਦੇ ਨੇ ਮੈਂ ਫਿਰ ਕਲਪ ਉੱਠਿਆ, ਜਿਵੇਂ ਅੰਦਰ ਹੀ ਕਲਪ ਰਿਹਾ ਸੀ। ਉਹਨਾਂ ਗੁਰਮੁਖਾਂ ਕੋਲੋਂ ਪੁੱਛਿਆ ਵੀ ਅੱਜ ਫਿਰ ਉਹ ਕੁਝ ਵਾਪਰ ਗਿਆ। ਕਹਿਣ ਲੱਗੇ, ਅਭਿਆਸ ਕਿੱਥੇ ਕਰਦੇ ਹੋ? ਉੱਤਰ ਦਿੱਤਾ, ਜੀ ਮੈਂ ਬਾਗ ਵੀ ਜਾਣਾ। ਅੱਗੋਂ ਕਹਿੰਦੇ ਆ, ਗੁਰੂ ਰਾਮਦਾਸ ਦੀ ਨਗਰੀ ਹੋਵੇ, ਹਰਿਮੰਦਰ ਸਾਹਿਬ ਕੀਰਤਨ ਦੀ ਝੜੀ ਲੱਗੀ ਹੋਵੇ, ਤੇ ਤੁਸੀਂ ਹਰਿਮੰਦਰ ਛੱਡ ਕੇ ਬਾਹਰ ਤੁਰੇ ਫਿਰਦੇ ਹੋ। ਵਾਪਸ ਆ ਗਏ, ਫਿਰ ਟਿਕ ਗਿਆ। ਕੁਝ ਦਿਨਾਂ ਬਾਅਦ ਉਹ ਗੁਰਮੁਖ ਪਿਆਰੇ ਖੁਦ ਪਰਿਕਰਮਾ 'ਚ ਬੈਠੇ ਮਿਲੇ। ਭਾਈ ਸਾਹਿਬ ਕਹਿੰਦੇ ਨੇ, ਮੈਨੂੰ ਵੇਖ ਕੇ ਹੱਸ ਪਏ, ਮੈਨੂੰ ਸੀਨੇ ਨਾਲ ਲਾ ਕਹਿੰਦੇ ਆ, ਮੈਂ ਹੀ ਤੁਹਾਨੂੰ ਦਰਬਾਰ ਸਾਹਿਬ ਤੋਂ ਬਾਗ 'ਚ ਭੇਜਿਆ, ਬਾਗ ਤੋਂ ਵਾਪਸ ਹਰਿਮੰਦਰ ਸਾਹਿਬ ਭੇਜਿਆ, ਤੁਸੀਂ ਉਲਟਾ ਪ੍ਰਸ਼ਨ ਕਿਉਂ ਨਹੀਂ ਕੀਤਾ? ਕਿਉਂ? ਭਾਈ ਸਾਹਿਬ ਕਹਿੰਦੇ ਆ, ਮੈਂ ਜਗਿਆਸੂ ਹਾਂ, ਮੈਂ ਸਿੱਖਣਾ ਹੈ। ਸਿੱਖਣ ਵਾਲਾ ਸਵਾਲ ਨਹੀਂ ਕਰਦਾ ਹੁੰਦਾ। ਗੱਲ ਬੜੀ ਵੱਡੀ ਹੈ। ਕਹਿੰਦੇ ਨੇ ਗਲਵਕੜੀ 'ਚ ਲੈ ਕੇ ਕਹਿਣ ਲੱਗੇ, ਬੇਟਾ, ਜਵਾਨੀ ਦੀਆਂ ਗੱਲਾਂ ਸਨ। ਕਹਿੰਦੇ ਨੇ ਇੱਕ ਦਿਨ ਤੁਸੀਂ ਚੇਤੇ ਕਰੋ, ਜਿੱਦਣ ਕੀਰਤਨ ਸੁਣ ਰਹੇ ਸੀ, ਤੁਹਾਡੇ ਕੋਲ 2 ਬਜ਼ੁਰਗ ਕੀਰਤਨ ਸੁਣਦਿਆਂ ਗੱਲ ਕਰ ਰਹੇ ਸੀ, ਤੁਸੀਂ ਅੱਖਾਂ ਖੋਲ ਕੇ ਦੇਖਿਆ ਤੇ ਤੁਹਾਡੇ ਮਨ 'ਚ ਬੰਦ ਕਰ ਲਈਆਂ ਅੱਖਾਂ, ਫੁਰਨਾ ਇਹ ਉੱਠਿਆ, ਇੰਨੀ ਉਮਰ ਲੰਘ ਗਈ, ਬਾਬਿਆਂ ਦੇ ਨੂੰ ਪਤਾ ਹੀ ਨਹੀਂ ਕਿ ਦਰਬਾਰ ਸਾਹਿਬ ਬੰਦਗੀ ਕੀ ਕਰੀ ਦੀ। ਕਹਿੰਦੇ ਬੇਟਾ, ਉਹ ਗੱਲਾਂ ਜ਼ਰੂਰ ਕਰਦੇ, ਪਰ ਜੁੜੀਆਂ ਹੋਈਆਂ ਸੁਰਤਾਂ ਸਨ। ਇੱਕ ਹਉਮੈ ਦੇ ਫੁਰਨੇ ਨੇ ਤੇਰੇ ਅੰਦਰ ਖੰਡਾ ਪੈਦਾ ਕਰ ਦਿੱਤਾ। ਇੱਕ ਖਿਆਲ ਸੀ ਸਿਰਫ ਕਿ ਮੇਰੀ ਉਮਰ ਕੀ ਤੇ ਇਹਨਾਂ ਦੀ ਕੀ। ਕਹਿੰਦੇ ਨੇ ਫਿਰ ਜੀ ਭਾਈ ਸਾਹਿਬ ਕਿ ਮੈਂ ਸੁੰਨ ਹੋ ਗਿਆ, ਵਾਕਈ ਇਸ ਤਰ੍ਹਾਂ ਸੀ। ਮੈਂ ਫਿਰ ਬੇਨਤੀ ਕਰਾਂਗਾ, ਇਹਨੂੰ ਕਰਾਮਾਤ ਅਜਮਤ ਨਾਲ ਨਾ ਜੋੜਿਓ ਵੀ ਇਹ ਮਦਾਰੀ ਦੀ ਖੇਡ ਹੈ। ਜਿੰਨਾ ਕੋਈ ਅੰਦਰੋਂ ਸੂਖਸ਼ਮ ਹੋਵੇਗਾ, ਉਹ ਗੁਰਮੁਖੋ ਸਮਝੋ ਇਸ ਬੇਨਤੀ ਨੂੰ, ਮੇਰੇ ਵਿੱਚ ਜਿਹੜੀ ਜੀਵ ਆਤਮਾ ਤੁਹਾਡੇ 'ਚ ਨਹੀਂ, ਉਹ ਪੂਰੇ ਖੰਡਾਂ ਬ੍ਰਹਿਮੰਡਾਂ ਵਿੱਚ ਹੈ। ਜਿਹੜਾ ਆਪਣੇ ਅੰਦਰੋਂ ਸਮਝ ਜਾਂਦਾ, ਯਾਦ ਰੱਖਿਓ, ਉਹ ਦੂਜੇ ਅੰਦਰੋਂ ਵੀ ਸਮਝ ਜਾਂਦਾ ਹੈ। ਉਹਦਾ ਤੇ ਉਹਦਾ ਅਸਲਾ 2 ਨਹੀਂ, ਉਹ 1 ਹੈ। ਭਾਈ ਸਾਹਿਬ ਕਹਿੰਦੇ ਸੁਣ ਜਾਓਗੇ। ਫਿਰ ਕਹਿੰਦੇ ਬਾਗ 'ਚ ਕੀ ਹੋਇਆ? ਕਹਿੰਦੇ ਨੇ ਮਨ ਨੂੰ ਪੁੱਛੋ, ਬਾਗ 'ਚ ਬੈਠੇ ਆ, ਤੁਸੀਂ ਫੁਰਨਾ ਬਣਾਇਆ ਸੀ, ਐਵੇਂ ਦਰਬਾਰ ਸਾਹਿਬ ਜਾਂਦੇ ਰਹੇ, ਮਨ ਤੇ ਇੱਥੇ ਵੀ ਟਿਕ ਸਕਦਾ ਸੀ। ਕਹਿੰਦੇ ਨੇ ਕਦੀ ਗੁਰੂ ਦੇ ਪ੍ਰਤੀ ਇਹ ਫੁਰਨੇ ਨਹੀਂ ਬਣਾਈ ਦੇ ਹੁੰਦੇ। ਮੈਂ ਸਿਰਫ ਆਪ ਨੂੰ ਬੇਨਤੀ ਕਰਾਂਗਾ, ਜਿਹੜਾ ਮਨ ਕੋ ਮਾਨ ਹੈ, ਇਹ ਬੜਾ ਔਖਾ ਹੈ। ਇਹ ਯੁੱਧ ਹੈ ਮਨ ਨਾਲ, ਇਹ ਫੁਰਨਿਆਂ ਨਾਲ ਲੜਨਾ ਹੈ।
ਕਹਿਣ ਨੂੰ ਕਹਿ ਦਿੱਤਾ ਮਨ ਕਾ ਮਾਨ ਤਿਆਗੋ। ਇਹ ਤਿਆਗੋ ਥੋੜਾ ਵੀ ਇੱਥੋਂ ਸਮਾਨ ਚੁੱਕਿਆ ਬਾਹਰ ਸਰ ਜਾਣਾ, ਇਹਨੂੰ ਤਿਆਗਣ ਵਾਸਤੇ ਵੀ ਸੰਘਰਸ਼ ਤੇ ਅਰਦਾਸ ਹੈ। ਗੁਰੂ ਸਾਹਿਬ ਨੇ ਕਿਹਾ ਤੀਰਥ ਵਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਦੱਸਿਆ ਨਹੀਂ ਕਿਸੇ ਨੂੰ, ਮਨ 'ਚ ਹੀ ਧਰ ਲਿਆ, ਮਨ ਮੈਂ ਧਰੈ ਗੁਮਾਨ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੰਮ ਚੰਗਾ ਕੀਤਾ, ਆਪਣੇ ਧਰਮ ਮੁਤਾਬਕ ਤੂੰ ਕੰਮ ਚੰਗਾ ਕੀਤਾ, ਪਰ ਜਦੋਂ ਤੇਰੇ ਅੰਦਰ ਈਗੋ ਆਈ, ਖੌਮੇ ਖਿਆਲ ਆਏ ਮੈਂ ਕੀਤਾ, ਮਹਾਰਾਜ ਕਹਿੰਦੇ ਬਸ ਉਹ ਹਾਲਤ ਹੋ ਗਈ। ਹਾਥੀ ਨਵਾ ਕੇ ਕੱਢਿਆ ਪਾਣੀ ਚੋਂ, ਬਾਹਰ ਨਿਕਲਦਿਆਂ ਸਾਰ ਸੁੰਡ ਨਾਲ ਚੁੱਕ ਕੇ ਸਵਾ ਰਾਖ ਖਾਕ ਆਪਣੇ ਸਿਰ ਦੇ ਉੱਤੇ ਪਾਉਣ ਲੱਗ ਪਿਆ। ਕਿੱਡੀ ਵੱਡੀ ਗੱਲ ਕਹਿ ਦਿੱਤੀ ਜੀ। ਇਹਦਾ ਮਤਲਬ ਹੰਕਾਰ ਦਾ ਫੁਰਨਾ, ਹਾਥੀ ਜਿਵੇਂ ਆਪਣੇ ਆਪ ਨੂੰ ਖਾਕ ਨਾਲ ਲਬੇੜਦਾ, ਇੱਕ ਫੁਰਨਾ ਅੰਦਰ ਧੋਤੇ ਹੋਏ ਨੂੰ ਮੈਲਿਆਂ ਕਰ ਜਾਂਦਾ ਹੈ। ਮਹਾਰਾਜ ਕਹਿ ਰਹੇ ਨੇ ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਮਾਨ ਨਾਮ ਤੋਂ ਬਿਨਾਂ ਨਹੀਂ ਤਿਆਗਿਆ ਜਾਂਦਾ। ਸ਼ਬਦ ਹੁੰਨੇ ਕੀ ਜੇ ਵੇਖੋ, ਜਦੋਂ ਗੁਰਮੁਖੀ 'ਚ ਮਾਨ ਲਿਖਣੇ ਆ, ਮੰਮੇ ਨੂੰ ਕੰਨਾ ਨੰਨਾ ਮਾਨ, ਤੇ ਨਾਮ ਲਿਖਣੇ ਬਸ ਪਲਟਾਣਾ ਹੀ ਪੈਂਦਾ, ਨੰਨੇ ਨੂੰ ਕੰਨਾ ਮੰਮਾ। ਜਿਹੜਾ ਮੰਮਾ ਪਿੱਛੇ ਅੱਗੇ ਤੁਰਿਆ ਫਿਰਦਾ ਮੈਂ ਇਹ ਪਿੱਛੇ ਤੁਰ ਜਾ, ਕੰਮ ਬਣ ਜਾਂਦਾ। ਮਾਨ ਪਲਟ ਦਿਓ ਨਾਮ ਬਣ ਜਾਂਦਾ, ਨਾਮ ਨੂੰ ਪਲਟ ਦਿਓ ਤੇ ਮਾਨ ਬਣ ਜਾਂਦਾ। ਜਿੱਥੇ ਖੌਮੇ ਹੈ ਉੱਥੇ ਨਾਮ ਲਿਖੇ। ਹੁਣ ਅਗਲੀ ਬੇਨਤੀ, ਮੈਂ ਇੱਕ ਇਹ ਕਿਹਾ ਸੀ ਮਨ ਕਾ ਮਾਨ ਤਿਆਗੋ, ਫਿਰ ਅਰ ਸੁਣਿਓ ਮੈਂ ਇਹ ਕਿਹਾ ਬਾਕੀ ਤਿਆਗਣਾ ਬੜਾ ਸੌਖਾ ਹੈ। ਇੱਥੋਂ ਤੱਕ ਬੰਦਾ ਅਰਬਾਂ ਰੁਪਈਏ ਤਿਆਗ ਸਕਦਾ, ਘਰ ਤਿਆਗ ਸਕਦਾ, ਪੁੱਤਰ ਧੀਆਂ ਤਿਆਗ ਸਕਦਾ, ਪਰ ਫੁਰਨੇ ਨੂੰ ਤਿਆਗਣਾ ਬੜਾ ਮੁਸ਼ਕਲ ਹੈ। ਇਹ ਤਾਂ ਦਿਸਦਾ ਹੀ ਨਹੀਂ। ਮਹਾਰਾਜ ਦਾ ਇੱਕ ਬਚਨ, ਕਬੀਰ ਮਾਇਆ ਤਜੀ ਤੋ ਕਿਆ ਭਇਆ। ਇਹ ਦਾਨੀ ਨੂੰ ਕਹਿ ਰਹੇ ਨੇ, ਇਹ ਉਹਨੂੰ ਨਹੀਂ ਕਹਿ ਰਹੇ ਜਿਹੜਾ ਠੱਗੀਆਂ ਮਾਰਦਾ, ਇਹ ਵੀ ਉਹਦੇ ਲਈ ਜਿਹੜਾ ਸਾਧਨਾ ਕਰ ਰਿਹਾ ਹੈ। ਕਬੀਰ ਮਾਇਆ ਤਜੀ ਤੋ ਕਿਆ ਭਇਆ, ਜੋ ਮਾਨ ਤਜਿਆ ਨਹੀਂ ਜਾਏ ਸਾਧੋ ਮਨ ਕਾ ਮਾਨ ਤਿਆਗੋ। ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕੋ ਖਾਏ। ਪਿਆਰਿਓ, ਮਹਾਰਾਜ ਕਹਿੰਦੇ ਨੇ ਇਹ ਅਨੇਕਾਂ ਰਿਸ਼ੀ ਮੁਨੀ ਉਹ ਇਸ ਫੁਰਨੇ ਨੇ ਮਾਰ ਕੇ ਰੱਖ ਦਿੱਤੇ, ਗਾਲ ਦਿੱਤੇ ਜਿੱਥੇ ਮਾਨ ਆ ਗਿਆ। ਇਸੇ ਕਰਕੇ ਗੁਰਬਾਣੀ ਵਾਰ-ਵਾਰ ਕਹਿੰਦੀ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਇਸ ਕਰਕੇ ਬਾਣੀ ਕਹਿ ਰਹੀ ਹੈ ਆਪਸ ਕੋ ਜੋ ਜਾਣੈ ਨੀਚਾ, ਸੋਊ ਗਣੀਐ ਸਭ ਤੇ ਉੱਚਾ। ਭਲਾਈ ਕਰਕੇ ਆਪਸ ਕੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ। ਹੁਣ ਅਗਲਾ ਸ਼ਬਦ ਹੈ ਜੀ ਤਿਆਗ ਤੋਂ ਬਾਅਦ। ਮੈਂ ਫਿਰ ਅਰਜ਼ ਕਰਾਂਗਾ, ਮੈਂ ਬੜਾ ਸਰਲ ਜਿਹਾ ਸ਼ਬਦ ਕਹਿ ਗਿਆ, ਵੈਸੇ ਜੇ ਹਫਤਾ ਤਿਆਗ ਦੀ ਕਥਾ ਕਰੀ ਜੋ ਭਾਵੇਂ ਖਜ਼ਾਨਾ ਮੁੱਕਦਾ। ਗੁਰੂ ਸਾਹਿਬ ਕਹਿੰਦੇ ਜੇ ਤਿਆਗਣਾ ਹੈ ਨਾ, ਸੰਸਾਰ ਨਹੀਂ ਤਿਆਗਣਾ। ਹੁਣ ਅੱਗੇ ਅਸੀਂ ਜਦੋਂ ਬੈਰਾਗ ਦੀ ਗੱਲ ਕਰਾਂਗੇ ਵਿੱਚ ਆ ਜਾਏਗਾ। ਸੰਸਾਰ ਨਹੀਂ ਤਿਆਗਣਾ। ਹਿੰਦੁਸਤਾਨ ਦਾ ਤਿਆਗ ਤੇ ਗੁਰਮਤ ਦੇ ਤਿਆਗ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਉੱਥੇ ਲੋਕ ਜਦੋਂ ਕਲਪਦੇ ਆ ਪਰਿਵਾਰ ਤਿਆਗ ਕੇ, ਸੰਸਾਰ ਤਿਆਗ ਕੇ ਭੱਜਦੇ ਆ, ਪਰ ਗੁਰੂ ਜਦੋਂ ਤਿਆਗ ਦੀ ਗੱਲ ਕਰਦਾ ਕਹਿੰਦਾ ਆਪਣੇ ਗ੍ਰਸਥ ਵਿੱਚ ਰਹਿੰਦਿਆਂ ਹੋਇਆ ਆਪਣੇ ਕਾਮ ਨੂੰ ਛੱਡ ਦੇ, ਤੇਰੇ ਤੋਂ ਵੱਡਾ ਤਿਆਗੀ ਕੋਈ ਨਹੀਂ। ਰਹਿਣਾ ਗ੍ਰਸਥ ਵਿੱਚ ਹੈ। ਸੁਣਿਓ, ਕਿਉਂਕਿ ਜਦੋਂ ਆ ਮਸਲਾ ਜਿਹਾ ਚੱਲਦਾ ਨਾ ਭੋਰਾ ਸਾਹਿਬ ਦਾ ਨਾ, ਵੈਸੇ ਤੇ ਕੋਈ ਲੋੜ ਨਹੀਂ ਹੁੰਦੀ ਹਰ ਬੰਦੇ ਨੂੰ ਉੱਤਰ ਦੇਣ ਦੀ, ਮੈਨੂੰ ਬਖਸ਼ ਦੇ, ਹੋ ਸਕਦਾ ਮੇਰੇ ਵਿਚਾਰ ਨਾਲ ਕੋਈ ਸਹਿਮਤ ਨਾ ਹੋਣ। ਇਹ ਭੋਰਿਆਂ ਵਾਲੇ ਉਹ ਨਹੀਂ ਜਿਹੜੇ ਅਯਾਸ਼ੀਆਂ ਕਰਦੇ ਨੇ, ਇਹ ਉਹ ਭੋਰੇ ਵਾਲਾ ਜਿਹਨੇ ਹਿੰਦੁਸਤਾਨ ਦੇ ਬਾਦਸ਼ਾਹ ਨਾਲ ਟੱਕਰ ਲੈਣੀ ਹੈ। ਮੇਰੀ ਬੇਨਤੀ ਹੈ, ਇਹ ਪਹਾੜਾਂ ਦੀਆਂ ਕੰਦਰਾਂ ਵਿੱਚ ਲੁਕਣ ਵਾਲਾ ਨਹੀਂ। ਸੱਚਮੁੱਚ ਇਹ ਉਹ ਸਤਿਗੁਰੂ ਹੈ ਜਿਹਨੇ ਹਿੰਦੁਸਤਾਨ ਦੀ ਤਵਾਰੀਖ ਨੂੰ ਆਪਣਾ ਸਿਰ ਦੇ ਕੇ ਬਦਲ ਦਿੱਤਾ ਹੈ। ਗੁਰੂ ਸਾਹਿਬ ਕਿਤੇ ਨਹੀਂ ਕਹਿੰਦੇ ਤੁਸੀਂ ਸੰਸਾਰ ਤਿਆਗੋ। ਮਹਾਰਾਜ ਤਾਂ ਇੱਥੋਂ ਤੱਕ ਕਹਿੰਦੇ ਨੇ ਜਿਹਨੂੰ ਪਾਣ ਲਈ ਤੂੰ ਸੰਸਾਰ ਤਿਆਗਣਾ ਹੈ, ਉਸ ਰੱਬ ਨੇ ਸੰਸਾਰ ਨਹੀਂ ਛੱਡਿਆ, ਤੂੰ ਕਿਹਨੂੰ ਲੱਭਣ ਤੁਰ ਪਿਆ? ਕਿ ਰੱਬ ਨੇ ਸੰਸਾਰ ਛੱਡ ਦਿੱਤਾ? ਇਸਲਾਮ ਕਹਿ ਰਿਹਾ ਸਤਵੇਂ ਅਸਮਾਨ 'ਚ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਸਗਲ ਬਨਸਪਤ ਮਾਹੇ ਬਸੰਤ ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ ਘਟ ਘਟ ਮਾਧੋ ਜੀਆ। ਘਟ ਘਟ ਮੈਂ ਖਰਜੂ ਬਸੈ ਸੰਤਨ ਕਹਿਓ ਪੁਕਾਰ। ਅਗਲੀ ਬੇਨਤੀ ਹੈ ਕੀ ਤਿਆਗਣਾ ਹੈ? ਗੁਰੂ ਸਾਹਿਬ ਕਹਿੰਦੇ ਸੰਸਾਰ ਨਾ ਤਿਆਗ, ਤੂੰ ਵਿਕਾਰ ਤਿਆਗ। ਵਿਕਾਰ ਤਿਆਗ ਤੇ ਉਹਦਾ ਤਿਆਗ ਮਤਲਬ ਕਿ ਸੰਨਿਆਸੀਆਂ ਵਾਲਾ। ਮਹਾਰਾਜ ਦਾ ਇੱਕ ਬਚਨ ਹੋਰ ਹੁੰਦਾ ਹੈ, ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ। ਬੜੇ ਸ਼ਬਦ ਡੂੰਘੇ ਜੇ ਗੁਰੂ ਗ੍ਰੰਥ ਸਾਹਿਬ ਦੇ।
कहते अपनी स्त्री त्याग दी, हम सन्यासी हम बैरागी हैं, पर तेरे अंदर वासना का भांबड़ इन्ना बनया है, तू पराई स्त्री दे तन नूं देख के तेरा चित्त डोल पिया, तू त्यागी थोड़ा, तू ते अंदरों विकारी है। महाराज कहते त्यागना है ते इन्हां चीज़ां नूं त्यागना त्यागन नीका, सब तो वधिया नीका दर ते सोहना त्यागना त्यागन नीका, काम क्रोध लोभ त्यागना। महाराज कहते आ छड्ड, तू काम नूं छड्ड दे, क्रोध नूं छड्ड दे। मैं फिर बेनती करांगा, इस त्याग नूं हठ करके ਜਿਹੜੇ त्यागਦੇ ਨੂੰ ਫਸਦੇ ਆ, ਜਿਹੜੇ ਵਿਵੇਕ ਤੇ ਗਿਆਨ ਨਾਲ ਕਾਬੂ ਪਾਉਂਦੇ ਆ, ਉਹ ਸਿਰੇ ਲੱਗ ਜਾਂਦੇ ਆ। ਐਨਰਜੀ ਹੈ। ਮੰਨ ਲਓ ਕੋਈ ਬੰਦਾ ਹੱਠ ਕਰ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਦੀ ਮੈਂ ਤਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਤਿਆਗ ਹਿੰਦੂ ਧਰਮ ਦਾ ਤਿਆਗ ਵਾਲਾ ਨਹੀਂ। ਫਰੀਦ ਸਾਹਿਬ ਨੇ ਕਿਹਾ ਪਾਠ ਪਟੋਲਾ ਧੱਜ ਕਰੀ ਕੰਬਲੜੀ ਪਹਿਰਿਉ, ਰੇਸ਼ਮੀ ਕੱਪੜੇ ਪਾ ਦੇ ਉੱਤੇ ਕੰਬਲੀ ਪਾੜ ਦੇ, ਰੇਸ਼ਮੀ ਕੱਪੜੇ ਕੰਬਲੀ ਪਾ ਲੈ, ਰੱਬ ਇਸ ਵੇਸ਼ ਨਾਲ ਰਾਜੀ ਏ, ਤੂੰ ਮੈਲੇ ਕੱਪੜੇ ਪਾ ਲੈ। ਜਿੰਨੀ ਵੇਸੀ 100 ਮਿਲੇ ਸੋਈ ਵੇਸ ਕਰਿਉ। ਗੁਰੂ ਅਮਰਦਾਸ ਕਹਿੰਦਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆ 100 ਮਿਲੇ ਜੇ ਨੀਅਤ ਰਾਸ ਕਰੇ। ਮੇਰੀ ਬੇਨਤੀ ਹੈ ਜੀ, ਇਹ ਤਿਆਗ ਕਿਵੇਂ ਹੋਵੇ? ਮੈਂ ਉੱਥੇ ਖਲੋਤੇ ਹਾਂ, ਆਪਾਂ ਤਿਆਗ ਕਹਿ ਦੇਣਾ, ਮੈਂ ਵੀ ਕਹਿ ਦੇਣਾ ਤਿਆਗ ਦਿਓ ਜੀ ਮਨ ਕਾ ਮਾਨ। ਇਹ ਤਾਂ ਕਈ ਜਨਮਾਂ ਦਾ ਤੁਰਿਆ ਫਿਰਦਾ, ਇਹ ਤਾਂ ਹੈ ਹੀ ਨਹੀਂ। ਹਾਂ, ਗੁਰੂ ਸਾਹਿਬ ਸੋਝੀ ਦਿੰਦੇ ਆ, ਜੁੜੇਗਾ ਤੇ ਜ਼ਰੂਰ ਟੁੱਟੇਗਾ। ਸਾਡੀ ਇਹ ਵੀ ਇੱਕ ਗੱਲ ਹੈ, ਅਸੀਂ ਤੋੜਨ ਤੇ ਜ਼ੋਰ ਦੇ ਰਹੇ ਹਾਂ। ਤੂੰ ਆ ਨਹੀਂ ਕਰਨਾ, ਆ ਨਹੀਂ ਕਰਨਾ। ਬੱਚਿਆਂ ਨੂੰ ਜਦੋਂ ਧਰਮ ਸਿਖਾਉਂਦੇ ਅਸੀਂ ਇਹੀ ਕਹਿੰਦੇ, ਕੱਟੜਤਾ 'ਚ ਖਿਮਾ ਕਰਿਓ, ਆ ਨਾ ਕਰੀ, ਆ ਨਾ ਕਰੀ। ਮੈਂ ਕਹਿੰਦਾ ਜੇ ਇਸ ਤਰ੍ਹਾਂ ਤੁਰੀਏ, ਤੂੰ ਸੁਖਮਨੀ ਸਾਹਿਬ ਜ਼ਰੂਰ ਕਰੀ, ਸੰਥਿਆ ਜ਼ਰੂਰ ਲਈ, ਤੂੰ ਪਾਠ ਜ਼ਰੂਰ ਕਰੀ, ਸਿਮਰਨ ਜ਼ਰੂਰ ਕਰੀ, ਹੱਥੀ ਸੇਵਾ ਜ਼ਰੂਰ ਕਰੀ। ਸੱਚ ਇਹ ਵੇ, ਮੈਨੂੰ ਅੰਗਰੇਜ਼ੀ ਤੇ ਨਹੀਂ ਆਉਂਦੀ, ਪਰ 2 ਸ਼ਬਦ ਨੇ, ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ। ਜੁੜਾਂਗੇ ਤੇ ਟੁੱਟਾਂਗੇ। ਫਿਰ ਬੇਨਤੀ ਸੁਣੋ, ਜਦੋਂ ਕੋਈ ਜੁੜ ਗਿਆ, ਹੁਣ ਗੁੜ ਖਾਣਾ ਰੋਜ਼ ਬੰਦਾ ਗੁੜ ਖਾਏ ਤੇ ਆਪਣੇ ਫੋੜੇ ਨਿਕਲਾਉਂਦੇ ਸਨ। ਭਾਦਰੋਂ ਸੌਣ 'ਚ ਫਿਮਣੀਆਂ ਇੰਨੀਆਂ ਨਿਕਲਦੀਆਂ ਸਨ, ਰਹਿ ਰੱਬ ਦਾ ਨਾਂ ਗੁੜ ਖਾ ਖਾ ਕੇ। ਫਰੀਦ ਜਿੱਦਣ ਤੁਰਿਆ ਉਦਣ ਗੁੜ ਨੂੰ ਲੈ ਕੇ ਤੁਰੇ, ਸ਼ੱਕਰ ਨੂੰ ਲੈ ਕੇ ਤੁਰੇ, ਪਰ ਮਾਂ ਏਡੀ ਸਿਆਣੀ ਸੀ, ਉਹਨੇ ਸ਼ੱਕਰ ਨਾਲ ਜੋੜ ਕੇ ਰੱਬ ਵੱਲ ਤੋਰਿਆ। ਇੱਕ ਦਿਨ ਉਹੀ ਦਰਵੇਸ਼ ਜਦੋਂ ਪਹੁੰਚ ਗਿਆ, ਉਹਨੇ ਕਿਹਾ ਮਾਂ ਕਾਹਦੀ ਸ਼ੱਕਰ, ਕਾਹਦਾ ਗੁੜ ਤੇ ਕਾਹਦੀ ਮਿਸ਼ਰੀ, ਰੱਬ ਦੇ ਨਾਮ ਬਰਾਬਰ ਕੁਛ ਵੀ ਨਹੀਂ। ਪਰ ਟੁੱਟ ਗਿਆ ਨਾ। ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਮਾਝਾ ਮੱਝ ਦਾ ਦੁੱਧ ਗੋਕਾ ਨਹੀਂ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਧ। ਮੇਰੀ ਬੇਨਤੀ ਹੈ, ਤਿਆਗਿਆ ਜਾ ਸਕਦਾ, ਉਹਦੇ ਅੱਗੇ ਅਰਦਾਸ ਕਰੀਏ। ਹੋਂ ਇੱਕ ਸ਼ਬਦ ਹੈ, ਇਹ ਨਹੀਂ ਕਿ ਮੈਂ ਕੋਈ ਸ਼ਬਦ ਦੇ ਰਿਹਾ, ਜਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬੇਨਤੀਆਂ ਦੇ, ਉਹ ਕਿਉਂ ਨਹੀਂ ਪੜ੍ਹਦੇ ਆਪਾਂ? ਆਪਣੇ ਨਿਤਨੇਮ ਤੋਂ ਇਲਾਵਾ ਪਾਠ ਕਰੀਏ। ਇੱਕ ਸ਼ਬਦ ਹੈ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ। ਇਹ ਬੇਨਤੀ ਹੈ ਜੀ। ਜਦੋਂ, ਕਿਉਂਕਿ ਫੁਰਨੇ ਨੂੰ ਫੁਰਨਾ ਕੱਟੇਗਾ। ਮੇਰੀ ਫਿਰ ਬੇਨਤੀ ਸੁਣਿਓ, ਡਾਂਗ ਨਹੀਂ ਕੱਟੇਗੀ, ਮਾਰ ਲਓ। ਜਿਹੜਾ ਬੰਦਾ ਅੰਦਰੋਂ ਵਿਗੜ ਚੁੱਕਾ ਹੈ, ਉਹ ਸੋਟੀਆਂ ਨਾਲ ਕਿੰਨਾ ਕੁ ਮੰਨ ਲਏਗਾ, ਵਕਤੀ ਤੌਰ ਤੇ ਮੰਨੇਗਾ। ਇਹ ਸੱਪ ਖੁੱਡ ਵਿੱਚ, ਉੱਤੋਂ ਪੱਥਰ ਨਾਲ ਖੁੱਡ ਬੰਦ ਕਰਕੇ ਕਹਾਂਗੇ ਸੱਪ ਮਰ ਗਿਆ, ਲੋਕੀ ਕਹਿਣਗੇ ਅਗਿਆਨਤਾ ਹੈ, ਅੰਦਰ ਤਾਂ ਜਿਉਂਦਾ ਪਿਆ ਹੈ। ਜਿਹੜੀ ਮੁਸ਼ਕਲ ਹੈ ਤੇ ਅੰਦਰ ਪਈ ਮਨ ਵਿੱਚ ਹੈ। ਇਹ ਸ਼ਬਦ ਜੇ ਆਪਾਂ ਪਾਠ ਕਰੀਏ, ਜਦੋਂ ਫੁਰਨਾ ਉੱਠੇ, ਸਤਿਗੁਰੂ ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨ ਕੋ ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਬਿਦ ਆਪ ਜਨਾਵੋ, ਹਰ ਜਨ ਮੰਗਲ ਗਾਵੋ, ਰਹਾਓ ਬਿਸਰ ਨਾਹੀ ਕਬੂ ਹੀ ਹੈ ਤੇ, ਇਹ ਬਿਦ ਮਨ ਮੈਂ ਪਾਵੋ, ਗੁਰ ਪੂਰਾ ਭੇਟਿਓ ਵਡਭਾਗੀ, ਜਨ ਨਾਨਕ ਕਤੈ ਨਾ ਤਾਵੋ। ਮੇਰੀ ਬੇਨਤੀ, ਪਹਿਲਾ ਜੀ ਮਨ ਕਾ ਮਾਨ ਤਿਆਗੋ। ਦੂਸਰੀ ਮਰਜ਼ ਕੀਤੀ ਤਿਆਗ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਬੈਰਾਗ ਹੈ। ਇਹ ਸਾਰੀ ਅਸੀਂ ਸਮਝਦੇ ਹਾਂ। ਇੱਕ ਹੋਰ ਬੇਨਤੀ, ਅਸਲ 'ਚ ਸੰਸਕ੍ਰਿਤ ਦਾ ਲਫ਼ਜ਼ ਜਿਹਦੀ ਵੈਰਾਗਿਆ ਹੈ, ਸੰਸਕ੍ਰਿਤ ਦਾ ਹਿੰਦੀ 'ਚ ਵੀ ਵੈਰਾਗਿਆ ਹੈ। ਅਸੀਂ ਫਿਰ ਇਹਨੂੰ ਵੈਰਾਗ ਵੀ ਪੜ੍ਹਨੇ ਹਾਂ, ਪਰ ਮੈਂ ਭੁੱਲਾਂ ਨਾ, ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਵਾਵੇ ਨਾਲ ਵੈਰਾਗ ਨਹੀਂ ਆਇਆ। ਪੂਰੇ ਗੁਰੂ ਗ੍ਰੰਥ ਸਾਹਿਬ 'ਚ ਨਾ ਵਾਵੇ ਨਾਲ ਵੈਰਾਗੀ ਆਇਆ, ਤੇ ਨਾ ਵਾਵੇ ਦੇ ਉੱਤੇ ਦੁਲਾਵਾਂ ਲਾ ਕੇ ਵੈਰਾਗ ਆਇਆ।
पूरे गुरु ग्रंथ साहिब जिहड़ा ये शब्द हजूर ने वरतिया, जो भाई गुरदास साहब ने लिखिया, उन्होंने बब्बे न लिखिया बैराग, बैरागी ते बैरागीअड़े। ये शब्द आप मिलेगा, वावे नाल नहीं मिलेगा। बैराग, बैराग की है? हजूर ने क्या बैराग जिहड़ा है, त्याग तो बाद में थोड़ा पखा ला दे, त्याग तो बाद में अर्ज की बैराग थोड़ा करके बैराग। बैराग भी जे पढ़ना होवे, भारत दे दर्शन नूं पढ़ना बहुत जरूरी है। शंकराचार्य दा बैराग अपना है, गोरख दा अपना है। असल च सीधे मैं पंजाबी शब्द वरतां, बैराग दे लफ्जी अर्थ ने राग तो उपरामता। राग दा अर्थ आ खुशी, प्रेम। अगली गल, शंकराचार्य कहंदा बैरागी वो है ਜਿਹੜਾ ਧਰਤੀ ਤੋਂ ਲੈ ਕੇ ਬ੍ਰਹਮ ਲੋਕ ਦੇ ਜਿਤਨੇ ਵੀ ਸੁੱਖ ਸਹੂਲਤਾਂ ਨੇ, ਜਿਹੜਾ ਇਹਨਾਂ ਪਦਾਰਥਾਂ ਤੋਂ ਆਪਣੀ ਸੁਰਤ ਨੂੰ ਉੱਪਰ ਚੁੱਕ ਗਿਆ, ਉਹ ਬੈਰਾਗੀ ਹੈ। ਉਹਦੇ ਮਨ 'ਚ ਇਹ ਆਵੇ ਨਾ। ਹੁਣ ਦੇਖਿਓ, ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੈਰਾਗ ਦੇਖਣਾ, ਇਹ ਜਿਹਦੇ 'ਚ ਆ ਜਾਏ ਉਹ ਬੈਰਾਗੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਬੈਰਾਗ ਪੈਦਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬੈਰਾਗ ਤੋਂ ਬਿਨਾ ਮਿਲਾਪ ਨਹੀਂ। ਜਿਵੇਂ एक सुहागण नूं, एक औरत नूं अपने बच्चे नूं गोदी विच खिडाउण दे लई प्रसूत दी पीड़ा विचों लंघना बहुत जरूरी है, इसे तरह रब नाल वसल दे लई बैराग दी पीड़ा विचों लंघना बहुत जरूरी है। पर बैराग दा अर्थ है कि वासनावां तो मुक्त हो जाना, संसार दे पदार्थां तो मुक्त हो जाना। मुक्त कह रहे हैं, अगे देखांगे असीं। फिर इत्थे भी समस्या है। इत्थे जदों बैराग हुंदा है, भारत मत कहंदा है कि बैराग होवे तुसी परिवार छड्डो, तुसी संसार छड्डो। मैं हुणे उदाहरण लई, पर गुरु ग्रंथ साहिब कहंदा बैराग वो है जिहड़ा परिवार विच रह के भी अपनी सुरत उत्ते दुख सुख ते वासना दा रंचक मात्रा असर नहीं होण दिंदा। असीं एक थोड़ा जिहा बचन पढ़ लैने, ज़्यादा उधर नहीं जाना। जिहड़ा उत्थों दा बैराग है, उत्थे महाराज ने कहा, हुणे शायद पढ़िया, पूंवर ताप गेरी के बस्त्रा, अपदा का मारिया ग्रह ते नस्ता। ये बैराग नहीं मन्निया। पूंवर ताप दा अर्थ भगवें कपड़े पा ले, ताप साधना करदा, धूनी हत्थ पांदा। पूंवर ताप गेरी के बस्त्रा, गेरवे बस्त्रे, अपदा का मारिया, है दुखी, हुण छड़ दिता, परिवार नूं दुख छड़ दिता। अपदा का मारिया ग्रह ते नस्ता, देश छोड़ परदेसें धाया, पर पंच चंडाल नाले ले आया। ये बैराग नहीं मन्निया। मैं थोड़ी जी इशारा करना, महात्मा बुद्ध दा बैराग ते गुरमत दे बैराग विच भी जमीन समान दा फर्क है। ये नहीं कि आप कोई कंपैरेटिव स्टडी कर रहे हैं, पर गुरु घर दी विलक्षणता सब ते वड्डा सतगुरु नानक है। हुण बंदा चला गया, देश छड़ दिता, प्रदेश भी चला गया, थां बदल नाल नहीं तब्दीली आउणी जिन्नी देर तक अंदर दे मन दी थां नहीं बदलदा। था महाराज कहते देश छोड़ परदेशें धाया, पंच चंडाल नाले ले आया। कबीर साहब का बचन, ग्रह तज बनखंड जाइए, घर छड़ दिता, जंगल चला गया, चुन खाइए कंदा, कंद मूल चुन के खांदा, हुण रोटी नहीं खानी। महाराज कहते अजू बेकार ना छोड़ी पापी मन मंदा, उत्थे कंद मूल खांदा फुरनियां विच जींदा पिया, मैले फुरने अजे भी नहीं गए। इसे करके गुरमत ने, गुरु तेग बहादुर साहब ने खास करके इस बैराग का जोरदार विरोध किया। तो उन्हों का यह शब्द जिहड़ा तुसीं पढ़दे हो, काहे रे बन खोजन जाई, ये उन्होंने बैरागियां नूं उतर है कि तू किधर तुरिया फिरना जंगल विच रब नूं पाण लई। काहे रे बन खोजन जाई, सर्ब निवासी सदा अलेपा तो ही संग समाई। वो तेरे नाल है। किवें है? पोप मद ज्यों बास बस्त है, जिवें खिड़े होए फुल दे विच सुगंधी है। मुक्कर माहे जैसे शाही, जिमें शीशे दे विच प्रतिबिंब है। ये मन च आउंदा शीशा तो खाली है, इस नहीं लगता भी शीशे नहीं प्यारे, खाली कोई नहीं। ਉਹਦੇ सामने जाके खड़े हो जाओ तो ਉਹਦੇ ਵਿੱਚੋਂ प्रतिबिंब प्रगट हो जाता है। शीशा खाली लग रहा है, सामने खलोवांगे तो अपना चेहरा दसेगा। महाराज कहने अंदर खाली कुछ नहीं, बस अपने अंदर नूं इकाग्रता नाल नाम विच लिया तो सच्ची मुच्ची तेरे विचों ही रब दी मूरत प्रगट हो जाएगी। फिर बेनती, जिवें फुल दे विच सुगंधी, ये भी दो ने, सरगुण ते निर्गुण। सुगंधी निर्गुण है पर है,
फुल दे विच सुगंधी, फुल सरगुणक है, सुगंधी निर्गुणक है। ये सारी संसार दृष्ट ते अदृष्ट नाल चलदा पिया। जे अदृष्ट ना होवे ते दृष्टमान कित्थे चलना है जी। पिछले दिन मैं अर्ज की, आ मेरा शरीर दृष्टमान है, पर इनू कोई चेतना चला रही है ना, अदृष्ट है, दिसदी नहीं। जिस दिन अदृष्ट इहदे विचों निकलेगा, दृष्टमान की कोई कीमत नहीं रहनी। जिन्ना कुछ है, गंद मंद विकार चेत नशा पंदगी सब कुछ चेतना करके, जिदन चेतना निकल गई, इस मिट्टी की मड़ोली नूं जो मर्जी कर लो, इहदे ते कोई असर नहीं होना। बंदा वालों असीं कहने नशा बड़ा भैड़ा है भी भैड़ा। सच्ची मुची आ भी तक नशा, हंकार भी तक नशा है ना। नशा कदों असर करता जे चेतना है तो। आदमी बंदे दे शरीर दे विच, इंसान दे शरीर च चेतना काम कर रही, थोड़ा जिहा नशा करदा ते मत मारी जाती है। मरे बंदे दा मूँह नशे नाल भर दिओ, कदी बोलदा देखिआ? क्योंकि नशा भी तां बॉडी ते असर करदा जे चेतना है तां। चेतना नहीं तो कुछ भी नहीं। हजूर ने इत्थे भी कहा, हर दृष्टमान नूं कोई अदृष्ट चला रहा है। हजूर सच्चे पातशाह कहते, पोप मद ज्यों बास बस्त है, मुकर माहे जैसे साई, तैसे ही हर बसे निरंतर घट ही खोजो भाई। बाहर भीतर एको जानो, ए गुर ज्ञान बताई, जन नानक बिन आपा चीना, मिटै ना भ्रम की काई। सुनियो मेरी बेनती गुरमुखो, थोड़ा तवज्जो दे के, ये बैराग किवें पैदा होए, उपरामता किवें पैदा होए? क्योंकि खुद गुरु तेग बहादुर बैरागी ने। हाँ, ये दो गल्लां बहुत जरूरी ने। गुरमत बैराग नूं पैदा करन लई, आ तां कोई रब दी किरपा वाला जमदा हो जाए वखरी गल। गुरमत बैराग नूं पैदा करन वास्ते कि बंदा उपराम हो सके, इस वासना तो मुक्त हो सके, पहला गुरु ग्रंथ साहिब जी ज्ञान ते विवेक की दात दिंदे आ। गुरु तेग बहादुर बैरागी वो हो सकेगा जिन्हों सब तो पहला समझ पै जाए, जो कुछ मैं देखना पिया सब कुछ बिन संहार है। क्योंकि बैराग तो तां पैदा होना है जदों बंदा कहता नहीं सब कुछ ये कुछ ही, बाकी कुछ भी नहीं। गुरु तेग बहादुर साहब ने बाणी च, बाकी गुरु साहबान ने भी लै लेने, सब तो पहला बैराग पैदा कर लई गुरु ग्रंथ साहब नाशवानता की गल करेगा, मौत की गल करनगे। मौत तो बिना, नाशवानता तो बिना बैराग नहीं। इसे करके एक शब्द अक्सर पढ़िया जाता है भोग ते सतगुरां दा, तिचर वसै सुहेलड़ी जिचर साथी नाल, जां साथी उठी चलिया तां धन खाकू राल। अगे की मन बैराग पया। ये बड़ा सोहना नुकता दस दिता। इत्थे तिचर वसै सुहेलड़ी का अर्थ है स्त्रीलिंग है। यदा अर्थ है हे काया, हे मेरे शरीर, हे काया तू ओनी देर तक सुखी है जिन्नी देर तक तेरा साथी जीव आत्मा तेरे नाल है। जिदन विचों निकल गया उदन तेरी किसी ने बात नहीं पुछनी। वो काया कादा हंकार कर रही है, तू रब नूं मिलण दा उपराला कर। गल मौत दी, बैराग पैदा कर ली। तिचर वसै सुहेलड़ी जिचर साथी नाल, जां साथी उठी चलिया तां धन खाकू राले। ते धन दा अर्थ वैसे स्त्री है, पर इहदा भाव अर्थ मैं लिया काया। उस दिन मिट्टी हो जाने ने। मन बैराग भया। गुरु साहब कहते हुण मन च उपरामता पैदा हो गई, वो मना इन्हें तो मिट्टी हो जाना। मन बैराग भया, दर्शन देखना का चाहो, धन सो तेरा थान। किन्ना सोहना वो थान हो वाहिगुरू, जिस शरीर थान विच तू वसना, धन सो तेरा थान। अगे जिचर वसया कंत कर, जियो जियो सब का हाथ। जिन्नी देर तक आत्मा कंत है, सारे जी जी कह के अदब कहणगे, पर प्यारिया जां उठी चलसी कंतड़ा तां कोई ना पूछे तेरी बात। बैराग लई जरूरी है तां कोई ना पूछे तेरी बात। पई अड़ै शौ सेव तू, सौरड़ै सुख वस। ये भी क्या भी इस लोक विच तू उस खसम नूं रब नूं चेते कर, अगे जाके सुखी वसेगा। पई अड़ै शौ सेव तू, महाराज कहते सौरड़ै सुख वस। गुरमिल चज अचार सिख, तुद कदे न लगे दुख। सबना सौरै वंजना सब मुकलामण खार। ये बैराग पैदा कर ली भी मैं भी जाना, तुसी भी जाना। सबना सौरे वंजना सब मुकलामण खार, नानक धन सुहागनी जिन शै नाल प्यार। थोड़ा आओ गुरु तेग बहादुर साहब की बाणी वाल आइए। जिन्ना को पाठ करदे आ समझ पई, एक तां गुरु तेग बहादुर बैराग पैदा कर लई,
ਸੰਸਾਰ ਦੇ ਸਵਾਰਥੀ ਟੋਲੇ ਦਾ ਜ਼ਿਕਰ ਬੜਾ ਕਰਦੇ ਆ। ਸਵਾਰਥੀ ਟੋਲੇ ਦਾ, ਉਹਦਾ ਅਰਥ ਮਿੱਤਰ ਨਹੀਂ, ਉਹਦੇ ਵਿੱਚ ਇਸਤਰੀ ਵੀ, ਉਹਦੇ ਵਿੱਚ ਪੁੱਤਰ ਵੀ, ਉਹਦੇ ਵਿੱਚ ਮਾਂ ਵੀ, ਉਹਦੇ ਵਿੱਚ ਪਿਓ ਵੀ। ਉਹ ਵਾਰ-ਵਾਰ ਇੱਕ ਗੱਲ ਕਹਿੰਦੇ ਆ, ਜਿਨ੍ਹਾਂ ਨੇ ਤੈਨੂੰ ਭਰਮਾਇਆ ਇਹ ਤੇਰਾ ਕੋਈ ਵੀ ਨਹੀਂ, ਇਹ ਸਿਰਫ ਤਾਂ ਸਿਰਫ ਪੈਸੇ ਕਰਕੇ ਤੇਰੇ ਮਿੱਤਰ ਨਹੀਂ। ਤੈਨੂੰ ਜਿਉਂਦੇ ਨੂੰ ਗਰੀਬੀ ਆ ਜਾਏ, ਇਹ ਖੂਨ ਦੇ ਰਿਸ਼ਤੇ ਛੱਡ ਕੇ ਚਲੇ ਜਾਣਗੇ। ਉਹ ਮਨਾ ਉਸ ਰੱਬ ਨੂੰ ਚੇਤੇ ਕਰ ਜਿਹੜਾ ਅਮੀਰੀ, ਗਰੀਬੀ ਤੇ ਮੌਤ ਤੋਂ ਬਾਅਦ ਵੀ ਕਦੀ ਨਹੀਂ ਛੱਡਦਾ। ਬੈਰਾਗ ਪੈਦਾ ਕਰਨ ਲਈ ਇੱਕ ਬਚਨ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਮੈਂ ਦੋ ਪੱਖ ਬੇਨਤੀ ਕਰਾਂਗਾ, ਇੱਕ ਸੰਸਾਰ ਦਾ ਸਵਾਰਥੀ ਲੋਕ ਤੇ ਦੂਜੇ ਪਾਸੇ ਮੌਤ ਦੀ ਹਕੀਕਤ। ਗੁਰੂ ਤੇਗ ਬਹਾਦਰ ਸਾਹਿਬ ਦੇ ਅਰਥ ਲੋੜ ਨਹੀਂ ਪੈਣੇ, ਮੈਂ ਕੱਲ ਕਿਹਾ ਜੀ ਸਾਰੀ ਹਿੰਦੀ ਚ ਬਾਣੀ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ। ਕਿਆ ਦਾਰਾ ਕਿਆ ਮੀਤ। ਦਾਰਾ ਦਾ ਅਰਥ ਹਮਨੇ ਇਸਤਰੀ ਤੇ ਮੀਤ ਦਾ ਅਰਥ ਮਿੱਤਰ। ਕੀ ਮਿੱਤਰ ਤੇ ਕੀ ਇਸਤਰੀ। ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ। ਹਿਤ ਸਿਉ ਬਾਂਧਿਓ ਚੀਤ। ਇਹ ਤੇ ਹਿਤ ਦਾ ਅਰਥ ਹੈ ਲਾਲਚ। ਉਹਨਾਂ ਦਾ ਅੰਦਰ ਲਾਲਚ ਚ ਵੱਜਿਆ ਹੈ, ਇਹ ਮੇਰਾ ਹੈ, ਇਹ ਮੇਰਾ ਹੈ, ਮੇਰਾ ਹੈ। ਤੇ ਜੇ ਕਿਸੇ ਬੰਦੇ ਨੂੰ ਸ਼ੱਕ ਰਹਿ ਜਾਏ ਤੇ ਜਦੋਂ ਅੰਮ੍ਰਿਤਸਰ ਜਾਓਗੇ ਨਾ, ਇੱਕ ਹੱਥ ਜੋੜ ਕੇ ਬੇਨਤੀ ਹੈ, ਪਿੰਗਲਵਾੜੇ ਇੱਕ ਫੇਰਾ ਜ਼ਰੂਰ ਪਾ ਕੇ ਆਇਓ। ਸੱਚੀ ਮੁੱਚੀ ਹੈ, ਬੰਦੇ ਦੀ ਤਸੱਲੀ ਹੋ ਜਾਂਦੀ। ਉਹ ਦੁਨੀਆ ਆਈ, ਭੈਣ ਭਰਾ ਜਿਉਂਦੇ ਨੇ, ਮਾਂ ਬਾਪ ਲੋਕਾਂ ਦੇ ਜਿਉਂਦੇ ਨੇ, ਖੂਨ ਦੇ ਰਿਸ਼ਤੇ ਪੁੱਤਰ ਜਿਉਂਦੇ ਨੇ, ਬੰਦੇ 'ਚ ਸਾਹ ਚੱਲਦੇ ਨੇ। ਸਵਾਰਥੀ ਲੋਕ ਆਪਣੇ ਘਰ ਸਾਂਭ ਵੀ ਨਹੀਂ ਸਕਦੇ। ਇਹ ਸੱਚ ਨਹੀਂ। ਜਿੰਨੀ ਦੇਰ ਤੱਕ ਖਾਣ ਪੀਣ ਨੂੰ ਦੇ ਰਹੇ ਹੋ ਸਾਥੀ ਨੇ। ਮਹਾਰਾਜ ਕਹਿੰਦੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁਖ ਸਿਉ ਹੀ ਸਭ ਲਾਗੇ। ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ। ਹਿਤ ਸਿਉ ਬਾਂਧਿਓ ਚੀਤ, ਅੰਤ ਕਾਲ ਸੰਗੀ ਨਹਿ ਕੋ। ਇਹ ਅਚਰਜ ਹੈ ਰੀਤ, ਮਨ ਮੂਰਖ ਅਜੂਹ ਨੇ ਸਮਝਤ। ਇਹ ਬੈਰਾਗ ਪੈਦਾ ਕਰ ਰਹੇ ਆ। ਮੂਰਖ ਮਨਾ ਤੂੰ ਕਿਉਂ ਨਹੀਂ ਸਮਝਦਾ। ਫਿਰ ਇਹ ਗੱਲ ਹੋਰ ਬੇਨਤੀ ਜੇ, ਗੁਰੂ ਤੇਗ ਬਹਾਦਰ ਸਾਹਿਬ ਦਾ ਬੈਰਾਗ ਨਿਰਾਸ਼ਤਾ ਨਹੀਂ, ਢੈਂਦੀ ਕਲਾ ਚ ਨਹੀਂ ਜਾਂਦੇ ਬਿਲਕੁਲ ਵੀ। ਹਰ ਥਾਂ ਤੇ ਬੰਦੇ ਨੂੰ ਹਕੀਕਤ ਦੇ ਦੀਦਾਰ ਕਰਾ ਕੇ ਫਿਰ ਸੱਚੀ ਸਰਕਾਰ ਕਹਿੰਦੇ ਆ, ਨਾ ਘਬਰਾ, ਜੋ ਕੋਈ ਤੇਰੇ ਨਾਲ ਅੱਜ ਤੱਕ ਵਾਪਰਿਆ ਉਹਨੂੰ ਗੋਲੀ ਮਾਰ, ਛੱਡ ਪਰਾਂ, ਤੂੰ ਹੁਣ ਤੋਂ ਮੇਰੀ ਗੱਲ ਮੰਨ ਲੈ, ਤੇਰਾ ਪਾਰ ਉਤਾਰਾ ਹੋ ਜਾਏਗਾ। ਇਹ ਨਹੀਂ ਬੀਤੀ ਲਕੀਰ ਨੂੰ ਕੁੱਟਣਾ। ਹੁਣ ਫਿਰ ਬੇਨਤੀ ਹੈ, ਮਨ ਮੂਰਖ ਅਜਹੂ ਨਹਿ ਸਮਝਤ। ਇਹ ਸ਼ਬਦ ਨੂੰ ਉਚਾਰਨ ਕੀਤਿਆਂ ਹਿਸਾਬ ਲਾ ਲਓ ਤੁਸੀਂ ਵੀ, 400 ਸਾਲ ਮਹਾਰਾਜ ਦੇ ਹੋ ਚੱਲਾ ਪੂਰਬ ਦਾ, 350 ਸਾਲ ਹੋ ਗਏ ਸ਼ਬਦ ਨੂੰ। ਉਦੋਂ ਵੀ ਕਹਿ ਰਿਹਾ ਅਜੂ ਨੇ ਸਮਝਤ ਸ਼ਬਦ, ਅੱਜ ਵੀ ਗੁਰੂ ਤੇਗ ਬਹਾਦਰ ਕਹਿ ਰਿਹਾ ਅਜੂ ਨੇ ਸਮਝਤ। ਜੇ ਅਖੀਰਲੇ ਸਮੇਂ ਤੇ ਸ਼ਬਦ ਪੜੋਗੇ ਨਾ, ਫਿਰ ਵੀ ਢੈਂਦੀ ਕਲਾ ਤੇ ਨਹੀਂ ਜਾਣ ਦੇਣਗੇ, ਕਹਿਣ ਲੱਗੇ ਅਜੂ ਨਾ ਸਮਝਤ ਹੋਣੀ ਸਮਝ ਜਾਓਏ। ਮੇਰੀ ਬੇਨਤੀ ਫਿਰ ਸੁਣਿਓ, ਮਨ ਮੂਰਖ ਅਜੂ ਨੇ ਸਮਝਤ, ਸਿੱਖ ਦਾ ਖਾਰਿਓ ਨੀਤ। ਇਸ ਬੈਰਾਗ ਵਿੱਚੋਂ ਸੁਸਾਈਡ ਨਹੀਂ, ਇੱਕ ਕੰਮ ਕਰ, ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ। ਇੱਕ ਹੋਰ ਸ਼ਬਦ, ਦੋ ਹੋਰ ਸ਼ਬਦ ਪੜ੍ਹ ਲਈਏ ਜੀ, ਕਿਉਂਕਿ ਅਸੀਂ ਮਹਾਰਾਜ ਜੀ ਦੀ ਗੱਲ ਕਰ ਰਹੇ ਹਾਂ। ਸੋਰਠ ਰਾਗ ਦਾ ਆਖਰੀ ਸ਼ਬਦ, ਪ੍ਰੀਤਮ ਜਾਨ ਲਿਓ ਮਨ ਮਾਹੀ। ਆਖ ਹੈ ਬੈਰਾਗ, ਪ੍ਰੀਤਮ ਜਾਨ ਲਿਓ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫਾਂਦਿਓ। ਉੱਥੇ ਸੀ ਆਪਣੇ ਸੁਖ ਸਿਉ ਹੀ ਸਭ ਲਾਗੇ, ਇਹ ਪਾਠ ਵੇਦ। ਆਪਣੇ ਸੁਖ ਸਿਉ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਖੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਕੇ ਰਹਿ। ਸੁੱਖ ਚ ਚਾਰ ਚੁਫੇਰੇ। ਮੈਂ ਤੇ ਇੱਕ ਵਾਰ ਬੇਨਤੀ ਕੀਤੀ ਸੀ, ਗੁਰਮੁਖੋ ਆ ਚਾਨਣ ਹੋ ਗਿਆ ਨਾ, ਦਿਨੇ ਧੁੱਪ ਹੋਵੇ, ਚਾਨਣ ਵਿੱਚ ਤੁਰੋਗੇ ਸਰੀਰ ਦੇ ਪਰਛਾਵੇਂ ਚੱਲਣਗੇ, ਹਨੇਰੇ ਵਿੱਚ ਤਾਂ ਪਰਛਾਵਾਂ ਵੀ ਸਾਥ ਛੱਡ ਜਾਂਦਾ ਹੈ। ਸੱਚੀ ਸੁੱਖ ਦੇ ਚਾਨਣ ਵਿੱਚ ਪਰਛਾਵੇਂ ਤੁਰਦੇ ਆ, ਦੁੱਖ ਦੇ ਵਿੱਚ ਨਹੀਂ। ਅਸੀਂ ਉਹ ਦੇਖਨੇ ਆ, ਜਿਹੜੇ ਬੰਦੇ ਦੇ ਜਿੱਤਣ ਦੀ ਆਸ ਹੁੰਦੀ, ਤੁਸੀਂ ਤਾਂ ਉੱਥੋਂ ਦੇ ਸਾਰੇ ਕਲਚਰ ਤੋਂ ਜਾਣੂ, ਜਿਹੜਾ ਅੱਗੇ ਅੱਗੇ ਜਾ ਰਿਹਾ ਹੁੰਦਾ ਨਾ, ਉਹਦੇ ਘਰ ਅੱਗੇ ਸਾਰੇ ਆਈ ਜਾਣਗੇ, ਅਸੀਂ ਤੇਰੇ ਸਾਂ, ਅਸੀਂ ਬੜੀ ਸਪੋਰਟ ਕੀਤੀ, ਰੱਬ ਨਾ ਕਰੇ ਅਖੀਰਲੀ ਲਾਉਣ ਤੇ ਹਾਰ ਜਾਏ, ਇਕੱਲਾ ਹੀ ਬੈਠਾ ਹੁੰਦਾ, ਕੋਈ ਵੀ ਨਹੀਂ ਆਉਂਦਾ, ਉਹ ਦੂਜੇ ਘਰ ਤੁਰ ਜਾਂਦੇ ਆ। ਸੱਚੀ ਮੁੱਚੀ ਇਹ ਲੋਕ ਸੁੱਖ ਦੇ ਨੇ ਗੁਰਮੁਖੋ। ਜੇ ਦੁੱਖ ਸੁੱਖ ਦਾ ਸਾਥੀ ਹੈ ਤੇ ਕੇਵਲ ਗੁਰੂ ਕਾ ਸ਼ਬਦ ਹੈ। ਮਹਾਰਾਜ ਕਹਿੰਦੇ ਆ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ਼ ਕੇ ਰਹਿ। ਵਿਪਤ ਭਰੀ ਸਭ ਹੀ ਸੰਗ ਛਾੜਤ, ਕੋਊ ਨਾ ਆਵਤ ਨੇਰੈ। ਘਰ ਕੀ ਨਾਰ ਬਹੁਤ ਹਿਤ ਜਾਸਿਓ। ਆਹ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਬੈਰਾਗ। ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ। ਜਾਬੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਪ੍ਰੇਤ ਦਾ ਅਰਥ ਇੱਥੇ ਅਵਗਤ ਰੂਹ ਨਾ ਕਰੀਏ, ਪ੍ਰੇਤ ਦਾ ਅਰਥ ਮਰ ਗਿਆ। ਪ੍ਰੇਤ ਪ੍ਰੇਤ ਕਰ ਭਾਗੀ,
ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨਿਹੋ ਲਗਾਇਓ। ਜਿਨ੍ਹਾਂ ਨੂੰ ਤੂੰ ਮੁਹੱਬਤ ਕਰਨਾ ਉਹਨਾਂ ਦਾ ਵਿਵਹਾਰ ਵਰਤਨ ਵਿਹਾਰ ਇਹ ਹੈ। ਇਹ ਬਿਦ ਕੋ ਵਿਵਹਾਰ ਬਣਿਓ ਹੈ, ਜਾਂ ਸਿਓ ਨਿਹੋ ਲਗਾਇਓ। ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਸ਼ਲੋਕਾਂ ਵਿੱਚ ਆ ਕੁਝ ਹੀ ਹੈ। ਰਾਮ ਗਇਓ, ਇਹ ਬੈਰਾਗ ਹੈ। ਰਾਵਣ ਗਇਓ, ਜਾਂ ਕੋ ਬਹੁ ਪਰਿਵਾਰ। ਕਹੋ ਨਾਨਕ ਤਿਰ ਕਛ ਨਹੀਂ, ਜਿ ਸੁਪਨੇ ਜਿਉ ਸੰਸਾਰ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਮਹਾਰਾਜ ਕਹਿੰਦੇ ਸੰਗ ਸਖਾ ਸਭ ਤਜ ਗਏ, ਕਉ ਨਾ ਨਿਭਿਓ ਸਾਥ। ਕਹੋ ਨਾਨਕ ਇਹ ਬਿਪਤ ਮੈਂ, ਟੇਕ ਏਕ ਰਘੁਨਾਥ। ਪਰ ਫਿਰ ਵੇਖੋ ਮੇਰੀ ਬੇਨਤੀ ਹੈ, ਇੰਨੀ ਗੱਲ ਕਹਿ ਕੇ ਵੀ ਸੁਰਤ ਨੂੰ ਫਿਰ ਢੈਂਦੀ ਕਲਾ 'ਚ ਲਿਜਾਣ ਦਿੰਦੇ। ਪੁਕਾਰ ਕੇ ਕਹਿੰਦੇ ਚਿੰਤਾ ਨਾ ਕਰੀ ਵੀ ਚਲੇ ਜਾਣੇ, ਕਿਉਂਕਿ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ। ਤੇਰੇ ਨਾਲ ਵਾਪਰੀ ਤੂੰ ਚਿੰਤਾ ਕਰ, ਤੇਰੇ ਗਵਾਂਢ ਵੀ ਵਾਪਰੀ ਹੈ, ਸਭ ਨਾਲ ਵਾਪਰੀ। ਚਿੰਤਾ ਤਾਂ ਕੀ ਕੀਜੀਏ ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਬੜੇ ਸ਼ਬਦ ਨੇ ਮਹਾਰਾਜ ਜੀ ਦੇ 'ਚ। ਮੈਂ ਇੱਥੋਂ ਹੁਣ ਬੇਨਤੀ ਕਰਨੀ ਹੋਰ, ਇਸ ਨਾਸ਼ਵਾਨਤਾ ਨੂੰ ਇਹ ਨਾ ਸਮਝੋ ਵੀ ਮੈਂ ਆਪ ਜੀ ਨੂੰ ਕੋਈ ਢੈਂਦੀ ਕਲਾ ਜਾ ਰਿਹਾ। ਜਿਹੜੀ ਹਕੀਕਤ ਮੇਰੇ ਤੁਹਾਡੇ ਨਾਲ ਵਾਪਰਨੀ ਹੈ ਕੱਲ੍ਹ ਨੂੰ, ਉਹਨੂੰ ਅੱਜ ਨੂੰ ਮਨਾ ਕਿਉਂ ਨਹੀਂ ਯਾਦ ਤੂੰ ਕਰਦਾ। ਜਿੰਨੇ ਮਹਾਂਪੁਰਖ ਨੇ ਉਹਨਾਂ ਅੱਜ 'ਚ ਯਾਦ ਕੀਤਾ। ਬੰਦਗੀ ਵਾਲਿਆਂ ਨੇ ਮੌਤ ਨੂੰ ਯਾਦ। ਮੈਂ ਤੇ ਸੁਲਤਾਨਪੁਰ ਕਿਹਾ ਸੀ, ਬਾਬਾ ਜੀ ਵਹੀਂ 'ਚੋਂ ਨਿਕਲੇ ਤੇ ਉਹਨਾਂ ਨੇ ਸ਼ਮਸ਼ਾਨ ਘਾਟ 'ਚ ਕਬਰਸਤਾਨ 'ਚ ਖਲੋ ਕੇ ਕਿਹਾ, ਨਾ ਕੋਈ ਹਿੰਦੂ ਨਾ ਮੁਸਲਮਾਨ। ਕਬਰਾਂ 'ਚੋਂ ਕਿਉਂ ਬੋਲੇ? ਕਿਉਂਕਿ ਸਭ ਤੋਂ ਵੱਧ ਡਰਾਵਾ ਮੌਤ ਦਾ ਹੈ। ਗੁਰੂ ਮੌਤ ਤੇ ਫਤਿਹ ਪਾ ਕੇ ਕਹਿੰਦਾ, ਕਬਰ ਵਿੱਚੋਂ ਬੋਲ ਕੇ ਕਹਿੰਦਾ, ਕੋਈ ਹਿੰਦੂ ਨਹੀਂ ਕਿ ਮੁਸਲਮਾਨ ਨਹੀਂ ਪਖੰਡ ਕਰ ਰਹੇ। ਉੱਥੇ ਵੱਖਰਾ ਵਿਸ਼ੇ ਸ਼ਬਦ ਕਿਹੜੇ ਕਹੇ। ਅਰਜ਼ ਹੈ ਕਿ ਇਹੋ ਜਿਹੀਆਂ ਘਟਨਾਵਾਂ ਸਾਡੇ ਅੰਦਰ ਨੂੰ ਜਾਗਰਿਤ ਕਰਨਗੀਆਂ। ਗੁਰੂ ਗ੍ਰੰਥ ਸਾਹਿਬ 'ਚ ਕੀਤਾ। ਕਬੀਰ ਸਾਹਿਬ ਕਹਿੰਦੇ ਮੈਂ ਬੈਰਾਗੀ ਹੋ ਗਿਆ। ਹਾਡ ਜਰੈ ਜਿਉ ਲਾਕਰੀ, ਕੇਸ ਜਰੈ ਜਿਉ ਕਾਸ। ਕਹਿੰਦੇ ਨੇ ਮੈਂ ਸੰਸਕਾਰ ਹੁੰਦਾ ਦੇਖਿਆ। ਇੱਕ ਬੰਦਾ ਉਹਦੀਆਂ ਹੱਡੀਆਂ ਇਸ ਤਰ੍ਹਾਂ ਲੱਕੜ ਵਿੱਚੋਂ ਸੜਨ, ਜਿਵੇਂ ਉੱਥੇ ਕਰਨੇ ਲੱਕੜਾਂ ਸੜਨ ਤੇ ਹੱਡੀਆਂ ਮੈਨੂੰ ਇੰਜ ਲੱਗੇ ਜਿਵੇਂ ਲੱਕੜ ਨੂੰ ਅੱਗ ਲੱਗੀ ਏ। ਉਹਦੇ ਸਿਰ ਦੇ ਕੇਸ ਇਸ ਤਰ੍ਹਾਂ ਸੜੇ ਜਿਵੇਂ ਸੁੱਕੇ ਘਾਹ ਨੂੰ ਅੱਗ ਲੱਗੀ ਹੈ। ਕਹਿੰਦੇ ਮੇਰੇ ਅੰਦਰ ਬੈਰਾਗ ਆ ਗਿਆ। ਹਾੜ ਜਰੈ ਜਿਉ ਲਾਕਰੀ, ਕੇਸ ਜਰੈ ਜਿਉ ਕਾਸ਼। ਇਹ ਜਗ ਜਲਤਾ ਦੇਖ ਕੇ ਭਇਓ ਕਬੀਰ ਅਦਾਸ। ਫਰੀਦ ਜੀ ਨੇ ਕਿਹਾ ਗੋਰ ਨਿਮਾਣੀ ਛੱਡ ਕਰੈ। ਕਬੀਰ ਸਾਹਿਬ ਕਹਿੰਦੇ ਨੇ ਸ਼ਮਸ਼ਾਨ, ਫਰੀਦ ਕਹਿੰਦੇ ਨੇ ਮੈਂ ਲੰਘ ਰਿਹਾ ਤੇ ਕਬਰ ਆਵਾਜ਼ਾਂ ਮਾਰਦੀ ਏ। ਤੇ ਮੈਂ ਪੁੱਛਿਆ ਤੂੰ ਕੌਣ? ਕਹਿਣ ਲੱਗੀ ਮੇਰੇ ਤੋਂ ਡਰਿਆ ਨਾ ਕਰ, ਕਿਉਂਕਿ ਜਿਸ ਘਰ 'ਚ ਤੂੰ ਰਹਿਣਾ ਹੈ ਉਹ ਉਜਾੜ ਹੈ। ਮੇਰੇ ਕੋਲ ਜਿਹੜਾ ਆ ਜਾਂਦਾ ਉਹ ਵਸ ਜਾਂਦਾ ਹੈ। ਫਰੀਦ ਸਾਹਿਬ ਕਹਿੰਦੇ ਉਹ ਉਜਾੜ? ਕਹਿਣ ਲੱਗੇ ਹਾਂ ਪੁੱਛੀ। ਸਮਝਾਉਣ ਦਾ ਤਰੀਕਾ ਇਹਨਾਂ ਉਹਨਾਂ ਦਾ। ਕਹਿੰਦੇ ਨੇ ਉਹ ਉਜਾੜ ਹੈ, ਉੱਥੇ ਕਈ ਦਾਦੇ ਪੜਦਾਦੇ ਪਹਿਲੇ ਵਸ ਕੇ ਗਏ, ਉਹ ਵਸੇ ਉਜੜ ਗਏ। ਕੱਲ ਨੂੰ ਤੁਸਾਂ ਵੀ ਉਜੜ ਜਾਣਾ, ਪਰ ਮੇਰੇ ਕੋਲ ਜਿਹੜਾ ਇੱਕ ਵਾਰੀ ਵਸ ਜਾਂਦਾ ਉਹ ਦੁਬਾਰਾ ਉਜੜਦਾ ਨਹੀਂ। ਇਸ ਕਰਕੇ ਬੈਰਾਗ ਪੈਦਾ ਹੋ ਜਾਏ। ਇਹ ਕਈ ਵਾਰੀ ਕਹਿੰਦੇ ਬਾਬੇ ਡਰਾਉਂਦੇ ਆ, ਗੱਲ ਡਰਾਉਣ ਵਾਲੀ ਕੋਈ ਨਹੀਂ ਜੇ। ਮਹਾਰਾਜ ਕਹਿੰਦੇ ਜਦੋਂ ਸਿਰ ਤੇ ਸੋਟਾ ਪੈਂਦਾ ਬੰਦਾ ਜਾਗਦਾ ਉਦੋਂ ਟਾਈਮ ਨਿਕਲ ਜਾਂਦਾ। ਜਮਕਾ ਡੰਡ ਮੂੰਡ ਮੈਂ ਲੱਗ ਗਿਆ, ਖਿਨ ਮੈਂ ਕਰਾਂ ਨਬੇਰਾ। ਹੁਣ ਅਗਲੀ ਬੇਨਤੀ, ਕੀ ਇਹੋ ਜਿਹੀਆਂ ਗੱਲਾਂ ਨਾਲ ਜਦੋਂ ਕਿਤੇ ਹੁਣ ਮਨ ਟਿਕਦਾ ਨਹੀਂ। ਇਹ ਗੱਲ ਵੱਖਰੀ ਭਾਵੇਂ ਜਿਵੇਂ ਮਰਜ਼ੀ ਕੋਈ ਕਹੀ ਜੇ। ਮੈਂ ਕੱਲ੍ਹ ਵੀ ਕਿਹਾ ਸੀ ਕੁਝ ਸਕਿੰਟਾਂ ਦੀ ਖੇਡ ਹੁੰਦੀ ਹੈ ਧਿਆਨ ਦੀ। ਜਦੋਂ ਇਹ ਭੱਜਦਾ ਮੈਂ ਆ ਤੇ ਥੋੜ੍ਹਾ ਜਿਹਾ ਇਹਨੂੰ ਅੱਧਾ ਕੁ ਮਿੰਟ ਦਰਸ਼ਨ ਕਰਾ ਦਈਏ ਵੀ ਤੇਰਾ ਅੰਤ ਕੀ ਹੋਣਾ। ਉਹ ਝੂਠ ਨਹੀਂ, ਉਹ ਮਿੱਥ ਨਹੀਂ, ਉਹ ਸੱਚ। ਇਸੇ ਕਰਕੇ ਗੁਰੂ ਤੇਗ ਬਹਾਦਰ ਕਹਿੰਦੇ ਆ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਵੇ ਕਿ ਇੱਕ ਬੰਦਾ ਮਰ ਗਿਆ, ਉਹਦੀ ਅਰਥੀ ਚੁੱਕ ਕੇ ਲਿਆਇਆ, ਉਹ ਸੰਸਕਾਰ ਹੋ ਰਿਹਾ ਹੈ ਤੇ ਦੂਰ ਖਲੋਤੇ ਬਿਜ਼ਨਸ ਦੀਆਂ ਗੱਲਾਂ ਕਰਦੇ। ਉਹਨਾਂ ਨੂੰ ਪਤਾ ਨਹੀਂ ਕੱਲ ਨੂੰ ਅਸੀਂ ਮਰਨਾ। ਉਹ ਮਹਾਰਾਜ ਦਾ ਬਚਨ ਹੈ ਨਾ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸ ਹੈ ਇੱਕ ਅਸਤਰ ਮਨ ਹੈ, ਅਚਰਜ ਲਖਿਓ ਨਾ ਜਾਈ। ਕਹਿੰਦੇ ਸਭ ਤੋਂ ਹੈਰਾਨਗੀ ਦੀ ਗੱਲ, ਇਹਨਾਂ ਵਰਗਾ ਸੜ ਗਿਆ ਤੇ ਕੋਲ ਖਲੋਤੇ ਗੱਲਾਂ ਕਰੀ ਜਾ ਰਿਹਾ, ਰੱਬ ਨੂੰ ਚੇਤੇ ਨਹੀਂ ਕਰਦੇ। ਇੱਕ ਵੈਸੇ ਇਹ ਸਾਧਨਾ ਹੈ ਜੀ। ਇਹ ਸਿੱਖੀ ਨੇ ਤੇ ਬਾਣੀ ਕਿਹਾ ਨਾ। ਮੈਂ ਕਈ ਗ੍ਰੰਥ ਐਸੇ ਪੜ੍ਹੇ ਜਿਹੜੇ ਸਾਧਨਾ ਨਾਲ ਸੰਬੰਧ ਰੱਖਦੇ ਆ, ਸੂਫੀਜ਼ਮ ਦੇ, ਹਿੰਦੂਇਜ਼ਮ ਦੇ, ਮੰਤਰ ਨਾਲ, ਜਪ ਨਾਲ। ਪਰ ਮੈਂ ਤੁਹਾਨੂੰ ਇੱਕੋ ਗੱਲ ਕਹਾਂਗਾ, ਕਿਸੇ ਪਾਸੇ ਪੜ੍ਹਨ ਨੂੰ ਨਾ ਪਿਓ ਜੇ। ਬਸ ਇਹਨੂੰ ਪੜ੍ਹਦੇ ਇਦੋਂ ਵੱਡਾ ਦੁਨੀਆ 'ਚ ਕੁਛ ਵੀ ਗਿਆਨ ਨਹੀਂ। ਸਾਡੀ ਮਜਬੂਰੀ ਅਸੀਂ ਕਥਾ ਕਰਨੇ, ਪਰ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਗਿਆਨ ਨਹੀਂ। ਤੇ ਇੰਨਾ ਬਰੀਫ ਕਿਤੋਂ ਨਹੀਂ ਮਿਲੇਗਾ।
मैं एक दिन क्या, जे लंघते लंघते पुछो गुरु ग्रंथ साहिब मैनूं एक तुक चाही गल समझाओ तो तुक ही समझा देणगे। जो कहो मैनूं सारा दिन दसो तो हज़ारां तुकां दई जाणगे। मान लो असीं लंघते पे हाँ, असीं पुछने महाराज मुसलमान कौन हुंदा है? शरह नूं पुछोगे वो कहेगा जिहड़ा शरह दा पाबंद है, 5 वक्त दा नमाजी है, जिन्हें सुन्नत कराई है, कलमा जिन्हें पढ़िया। गुरु ग्रंथ साहिब कहेगा बस इक्को गल चेते रखी, मुसलमान मोम दिल होवे। एक सतर च काम निबेड़ दिता। महाराज पंडित कौन? कह लगे सो पंडित जो मन पर बोध है। ब्राह्मण कौन? कहो कबीर जो ब्रह्म विचार है सो ब्राह्मण कहियत है हमारे। संत कौन? जिन्ना सास गिरास ना बिसरा हर नामा मनमंत। गुरु कौन? सतपुरख जिन जानिया सतगुर तिसका नाम। पिछले दिन ही क्योंकि मेरे को इन्ना टाइम नहीं हुंदा, मैं ये नहीं कि मैं होमे च कुछ कह रहा, पर मैं तुहानूं एक बेनती करा, तुसीं बैठे हो सियाणे, गुरु ग्रंथ साहिब दा सहज पाठ करदे आ ना, इहदे विचों प्रश्न उत्तर नोट करो। मेरा ख्याल हज़ारां शब्द मैं कह रहा, हज़ारां प्रश्न ने गुरु ग्रंथ साहिब विच, उहदे उत्तर भी उहदे विच ने। ते जे एक बच्चा जां असीं उस ग्रंथ नूं पढ़ लांगे, क्योंकि थोड़ा जिहा काम होया इहदे ते ज़्यादा नहीं होया। पहली पौड़ी च प्रश्नोत्तरी कि सचियारा होई है कि कूड़ा टुटै पाल। अगला उत्तरे हुक्म रजाई चलना नानक लिखिया नाल। कवन सो अखर कवन गुण कवन सो मणिया मंत। कवन सो वेसो हों करी जित वस आवे कंत। प्रश्न है निमन सो अखन खवन गुण जेवा मणिया मंत। ये त्रै भैणे वेश कर तां वसावी कंत। इन्ने प्रश्न उत्तर ने। हाँ, खास करके जिन्हां शब्दां विच रहाओ दूजा है वो तो अखां मीट के प्रश्नोत्तरी है। पहले रहाओ विच सवाल है, जिथे रहाओ दूजा है वो पहले रहाओ दा उत्तर है। फिर बेनती ये आप जी कभी देखियो, मैं फिर अर्ज करा कि समझाना मन नूं मेरे नाल तुहाडे नाल वापरना है, इनू ढेंदी कला च लेना। गुरु दा बैराग कल नूं मैं अर्ज करनी। अगला एक स्टैप हो रहा अनुराग। इकल्ला बैराग नहीं, अनुराग भी है। कदी अद्धा क मिनट इन्नी को तस्वीर सामने ले आइए, मना इस भांडे ने पता नहीं कित्थे टुटना है, ये नहीं पता। दो ही चीज़ां सानू लई फिरदियां ने जी, एक अन्न लई फिरदा, एक मौत लई फिरदी है। कल भी मैं कहा जिथे जिथे दाना चुनना है उत्थे पहुँचना है, तो जिथे दाना मुकना है उत्थे मौत आनी है। दो ही चीज़ां ने, एक नक नत खसम हस्त किरत धक्के दे, तो दूजी गल जिथे समा ते स्थान बनया उत्थे उत्थे पहुँची जाए। ये बंदा बचपन जन्म तो शुरू हो जाता है, उस मंजिल वाल वधन लग पैंदा है। कदी अद्धा क मिनट सिमरन च बैठिया मन ना टिके, ये दिखा दईए श्वास निकल गया। मैं फिर बेनती की, डरन वाली गल नहीं। बाबा जी ने क्या मम सर मुवे अजराइल गिरफ्त है दिल घेच ना दानी। हजूर कहते ने मना दिला तू क्यों नहीं समझदा, तेरे जूड़े नूं तां घुट के मौत ने फड़िया होया, तेनों कदी खिच नहीं पई। कबीर साहब कहते आ काल अहेरी फिरै बदक ज्यों, तेरे पिछे शिकारी तुरिया फिरदा, मौत कदी पिछे झाती मार। एक खिन लई मन नूं समझाण लई मैं आपनूं क्या फुरने नूं फुरना ही कट सकदा है। फुरने नूं फुरना ही कटेगा, बाकी ठीक है प्रेरणा है। एक खिन लगदा बस जिंदगी पलटन लई, जदों ख्याल बदल गया जिंदगी पलट गई। सज्जन ठग रात तक ठग सी, ख्याल बदलिया सवेरे संत सज्जन बना देता। ये समझाइए, मैं अपनी गल कर रहा। मैं एक साधना वाले दा बोल पढ़िया, उंज बाणी तो कह रही है भी शरीर चो सुवास निकल गए, सब नूं खबर हो गई, फलाना जी चढ़ाई कर गया है ना। तो एक गल चेते रखी, जिन्हों भी फोन जाना है, मैं इंडिया की गल कर रहा, उन्हें पहली गल ये पूछनी है संस्कार का टाइम किहड़ा रखा जी। याद रखियो, बंदा कहता भी टाइम सेव करो, भी जिन्हों को सीधे शमशान भूमि बड़ा माड़ा होया, चलो असीं पहुँचांगे जी उत्थे। बस बंदिया जिन्हें इन्ना समा कढ़िया, किसी का ये फोन नहीं आना, कोई 10 दिन घर च रख लो, आखिर इन्ने दिन जिंदगी बतीत करके गया। पहली गल कदों संस्कार का टाइम है। दूजी गल चेते रखी, मित्र सज्जन आ गए, मोह ते बज्जे रोए, कोई उत्ते डिग्या कोई थड्डे डिग्या, तेनू नवा दिता, बस इक्को कपड़े च बन दिता। सक्के मां जा भराए भरा, तिन्हां प्यारे भाइयां अगे दिता बन। वेखो बंदा चलिया, ये बैराग पैदा कर ली ने, डरान ली नहीं।
ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ ਤੇ ਨਾਲ ਸਮਝਾਇਆ। ਇਸ ਕਰਕੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਆਏ, ਕੰਮ ਸਮਝਾਇਆ ਵੀ ਚੁੱਕ ਲਿਆ ਤੈਨੂੰ, ਜਪਜੀ ਸਾਹਿਬ ਦਾ ਪਾਠ ਕਰ ਲਿਆ, ਚਲੋ ਉੱਥੇ ਉੱਤੇ ਰੱਖ ਕੇ ਲੱਕੜਾਂ ਲੁਕੜਾਂ ਘਿਓ ਪਾ ਪੂ ਕੇ ਅੱਗ ਲਾ ਕੇ ਸਾਰੇ ਘਰ ਆ ਗਿਆ। ਤੂੰ ਦ੍ਰਿਸ਼ਟਾ ਬਣ ਕੇ ਦੇਖ, ਸਾਰੀ ਰਾਤ ਮੱਚਦਾ ਰਿਹਾ, ਸਵੇਰੇ ਚਿੱਟੀ ਰਾਖ, ਕਾਲੇ ਕੋਲੇ ਹੱਡੀਆਂ ਤੇਰੀਆਂ ਰਹਿ ਗਈਆਂ। ਪਰਿਵਾਰ ਆਇਆ, ਲਪੇਟ ਕੇ ਪਾ ਕੇ ਤੈਨੂੰ ਲੈ ਗਏ। ਬਸ ਇੰਨੀ ਕੁ ਤੇਰੀ ਕਹਾਣੀ, ਇਸ ਤੋਂ ਵੱਧ ਕੁਛ ਵੀ ਨਹੀਂ। ਮੈਂ ਫਿਰ ਅਰਜ਼ ਕਰਾਂਗਾ, ਬੈਰਾਗ ਗੁਰੂ ਤੇਗ ਬਹਾਦਰ ਸਾਹਿਬ ਪੈਦਾ ਕਰਦੇ ਆ, ਪਰ ਉਹ ਡਰਾਵਣਾ ਨਹੀਂ ਜਿਨ੍ਹਾਂ ਅੰਦਰ ਬੈਰਾਗ ਪੈਦਾ। 2 ਮਿੰਟ ਮੈਂ ਸਿਰਫ ਹੋਰ ਲਾਂਗਾ ਤੁਹਾਡੇ। ਦੇਖੋ, ਗੁਰੂ ਘਰ 'ਚ ਕਈ ਮਹਾਂਪੁਰਖ ਐਸੇ ਨੇ ਜਿਹੜੇ ਮੌਤ ਤੋਂ ਬੈਰਾਗੀ ਹੋਏ। ਮੈਂ ਬੇਨਤੀ ਕੀਤੀ, ਮਹਾਤਮਾ ਬੁੱਧ ਦਾ ਬੈਰਾਗ ਹੈ। ਮਾਂ ਦਾ ਨਾਂ ਸੀ ਮਹਾਮਾਇਆ, ਪਿਓ ਦਾ ਨਾਂ ਸੀ ਸ਼ਸ਼ੋਧਨ। ਤੇ ਮਹਾਤਮਾ ਬੁੱਧ ਉਹਨਾਂ ਘਰ 19 ਸਾਲ ਦੀ ਉਮਰ 'ਚ ਵਿਆਹ ਹੋਇਆ, ਬੇਟਾ ਵੀ ਹੋਇਆ ਰਾਹੁਲ, ਪਰ ਬੜੇ ਸੋਹਲ ਸਨ। 4 ਘਟਨਾਵਾਂ ਨੇ ਮਹਾਤਮਾ ਬੁੱਧ ਦੇ ਅੰਦਰ ਬੈਰਾਗ ਪੈਦਾ ਕੀਤਾ। ਸਭ ਨੂੰ ਪਤਾ, ਰੱਥ ਤੇ ਜਾ ਰਹੇ ਨੇ, ਚਾਨਾ ਉਹਦਾ ਨਾਂ ਸੀ, ਕਪੂਰ ਸਿੰਘ ਉਹਨਾਂ ਨੇ ਸ਼ਬਦ ਸਰਿੰਗ 'ਚ ਲਿਖਿਆ। ਪਹਿਲੀ ਗੱਲ, ਉਹ ਰੱਥ ਪਾਲਕੀ ਸੀ, ਕਪੜਾ। ਸਿਧਾਰਥ ਜਾ ਰਿਹਾ, ਮਹਾਤਮਾ ਬੁੱਧ ਤੇ ਬਾਅਦ ਵਿੱਚ ਬਣੇ ਨਾ, ਸਿਧਾਰਥ ਜਾ ਰਿਹਾ ਹੈ ਤੇ ਉਹ ਇੱਕੋ ਦਮ ਜਿਹੜਾ ਰਥਵਾਨ ਹੈ ਉਹ ਪੋਸ਼ ਬੋਲ ਰਿਹਾ ਬੁੱਢੇ ਨੂੰ। ਇਹਦਾ ਮਤਲਬ ਪਿਛਾਂਹ ਹਟ ਜਾ। ਕੀ ਦੇਖਦਾ, ਇੱਕ ਬਜ਼ੁਰਗ, ਕੰਡ ਉਡੀ ਹੋਈ ਹੈ, ਅੱਖਾਂ ਧਸੀਆਂ ਨੇ, ਤੁਰਨ ਦਾ ਯਤਨ ਕਰਦਾ, ਖਿੱਚ ਕੇ ਤੁਰਿਆ ਜਾ ਰਿਹਾ ਹੈ। ਮਹਾਤਮਾ ਬੁੱਧ ਰੱਖ ਰੋਕਦਾ ਤੇ ਪਰਦੇ 'ਚੋਂ ਵੇਖਦਾ, ਪੁੱਛਦਾ ਰਥਵਾਨ ਨੂੰ, ਪਹਿਲਾਂ ਨਹੀਂ ਸੀ ਦੇਖਿਆ ਉਹਨੇ, ਕਿਉਂਕਿ ਜੋਤਸ਼ੀਆਂ ਨੇ ਕਿਹਾ ਸੀ ਕਿ ਤੇਰੇ ਘਰ ਜਿਹੜੇ ਬੱਚੇ ਨੇ ਜਨਮ ਲੈਣਾ, ਜੇ ਤਾਂ ਰਾਜਵਲ ਚੱਲ ਗਿਆ ਤੇ ਚੱਕਰਵਰਤੀ ਸਮਰਾਟ, ਜੇ ਬੈਰਾਗੀ ਹੋ ਗਿਆ ਤੇ ਸਿਰੇ ਲਾ ਦੇਗਾ ਸਾਧਨਾ। ਉਹਨਾਂ ਨਹੀਂ ਸੀ ਦੇਖਣ ਦਿੱਤਾ। ਕਿ ਵੇਖਿਆ, ਉਹਨੇ ਕਿਹਾ ਇਹ ਕੌਣ? ਰਥਵਾਨ ਚਾਨਾ ਕਹਿੰਦਾ ਸਿਧਾਰਥ ਨੂੰ, ਇਹ ਬਜ਼ੁਰਗ ਹੈ, ਇਹ ਬੁੱਢਾ ਹੈ। ਕਹਿੰਦਾ ਬੁੱਢਾ ਕੀ ਹੁੰਦਾ? ਪੰਜਾਬੀ 'ਚ ਮੈਂ ਕਹਿੰਦਾ, ਹੈ ਤਾਂ ਪਾਲੀ ਉਹਨਾਂ ਦੀ, ਬੁੱਢਾ ਕੌਣ ਹੁੰਦਾ ਹੈ? ਇਹ ਹੈ ਕੀ? ਰਥਵਾਨ ਕਹਿੰਦਾ ਇਹ ਰੱਬ ਨੇ ਐਸੀ ਖੇਡ ਬਣਾਈ ਹੈ, ਜਿਹੜਾ ਜਵਾਨ ਹੋਇਆ ਉਹਨੂੰ ਬੁਢੇਪਾ ਹਰਾ ਜਾਂਦਾ ਹੈ। ਜਵਾਨੀ ਕਿਸੇ ਤੋਂ ਨਹੀਂ ਹਾਰਦੀ, ਪਰ ਬੁਢੇਪਾ ਹਰਾਉਂਦਾ। ਜਰ ਆਈ ਜੋਬਨ ਹਾਰਿਆ। ਜਿਹੜੀ ਜਵਾਨੀ ਕਹਿੰਦੀ ਮੈਂ ਕਿਸੇ ਦੀ ਪਰਵਾਹ ਨਹੀਂ ਕਰਦੀ, ਬੁਢੇਪਾ ਉਹਦੀ ਪਿੱਠ ਲਵਾ ਦਿੰਦਾ। ਕਹਿਣ ਲੱਗਾ ਵੀ ਇਹ ਬੁਢੇਪਾ ਇਹ ਸਭ ਤੇ ਹੁੰਦਾ? ਕਹਿੰਦਾ ਹਾਂ, ਸਭ ਤੇ ਹੁੰਦਾ। ਕਹਿੰਦਾ ਰੱਥ ਪਿਛਾਂ ਲੈ ਜਾ, ਮੈਂ ਬੁੱਢਾ ਹੋ ਗਿਆ। ਮੈਂ ਬੇਨਤੀ ਕਰਾਂ, ਮਹਿਸੂਸ ਕਰ ਗਏ ਅੰਦਰੋਂ, ਤੁਰ ਅੰਦਰ ਤੁਮ ਇਹ ਵੀ ਸੱਚ ਜੇ, ਜਿੰਨੀ ਦੇਰ ਤੱਕ ਨਜ਼ਦੀਕੀ ਕੋਈ ਅਰਥੀ ਨਹੀਂ ਉੱਠਦੀ, ਉਨੀ ਦੇਰ ਤੱਕ ਮਨਵੇ ਨੂੰ ਪਤਾ ਵੀ ਨਹੀਂ ਲੱਗਦਾ। ਜਦੋਂ ਅੱਤ ਦਾ ਨਜ਼ਦੀਕੀ ਉੱਠਦਾ ਹੈ ਨਾ, ਉਦਣ ਪੁੱਛੋ ਰਾਤ ਕਿਵੇਂ ਨਿਕਲਦੀ ਹੈ। ਪਹਿਲੀ ਘਟਨਾ। ਦੂਜੀ ਘਟਨਾ, ਇੱਕ ਰੋਗੀ ਸੜਕ ਦੇ ਕਿਨਾਰੇ ਪਿਆ। ਉਦੋਂ ਲੋਕੀ ਸੜਕ ਦੇ ਕੰਢੇ ਰੋਗੀ ਬਿਠਾ ਦਿੰਦੇ ਸਨ। ਲਮਟਾਲ ਵੀ ਲੰਘਦੇ ਹੁੰਦੇ, ਖਰੇ ਕੋਈ ਦਾਸੀ ਜਾਂ ਦਵਾਈ, ਉਹ ਬੈਠਾ ਹਾਏ ਹਾਏ ਕਰਦਾ, ਪੁੱਛਦਾ ਬੁੱਧ ਸਿਧਾਰਥ ਪੁੱਛਦੇ ਨੇ ਕਿਉਂ? ਕਹਿਣ ਲੱਗੇ ਬਿਮਾਰ ਹੈ, ਇਹਦਾ ਇਲਾਜ ਇਸ ਤੇ ਕੋਈ ਨਹੀਂ ਕਰ ਸਕਦਾ। ਕਿ ਵਾਪਸ ਲੈ ਜਾ, ਮੈਂ ਬਿਮਾਰ ਹੋ ਗਿਆ। ਤੀਜੀ ਵਾਰੀ ਫਿਰ ਅਰਥੀ ਦੇਖੀ। ਉਹਨੇ ਕਿਹਾ ਇਹ ਕੀ ਰੋਂਦੇ ਕਿਉਂ ਨੇ? ਕਹਿੰਦਾ ਜਿਹੜਾ ਜੰਮਿਆ ਉਹਨੇ ਮਰ ਜਾਣਾ। ਕਹਿੰਦਾ ਮੈਂ ਵੀ ਮਰਾਂਗਾ? ਕਹਿੰਦਾ ਬਿਲਕੁਲ ਮਰਾਂਗੇ। ਕਹਿੰਦਾ ਵਾਪਸ ਲੈ ਜਾ, ਮੈਨੂੰ ਮੌਤ ਦਿਸਦੀ। ਚੌਥੀ ਵਾਰੀ ਜਦੋਂ ਰੱਥ ਨਿਕਲਿਆ, ਹੁਣ ਜਦੋਂ ਆਪ ਦੇਖਿਆ, ਇੱਕ ਬਾਗ ਦੇ ਵਿੱਚ ਰੁੱਖ ਦੇ ਥੱਲੇ ਇੱਕ ਸਾਧੂ ਬੈਠਾ, ਭਿਕਸ਼ੂ, ਨੇਤਰ ਬੰਦ ਨੇ, ਚਿਹਰੇ ਤੇ ਖੇੜਾ ਹੈ। ਪੁੱਛਦਾ ਇਹ ਕੌਣ? ਕਹਿੰਦਾ ਇਹ ਉਹ ਜਿਹੜਾ ਦੁੱਖਾਂ ਤੋਂ ਮੁਕਤ ਹੋ ਰਿਹਾ ਹੈ। ਕਹਿੰਦਾ ਰੱਥ ਪਿਛਾਂ ਮੋੜ, ਮੈਂ ਵਾਪਸ ਜਾਵਾਂਗਾ। ਮੈਂ ਕਿਸੇ ਮਹਾਂਪੁਰਖ ਦੀ ਨਿੰਦਿਆ ਨਹੀਂ ਕਰ ਰਿਹਾ। ਮੈਂ ਕਿਹਾ ਗੁਰੂ ਤੇਗ ਬਹਾਦਰ ਦਾ ਬੈਰਾਗ ਦੇਖਿਓ। ਸਿਧਾਰਥ ਨੇ ਫੈਸਲਾ ਕਰ ਲਿਆ, ਮੈਂ ਦੁੱਖਾਂ ਦਾ ਮੁਕਾਬਲਾ ਕਰਨਾ। ਆਪ ਸਭ ਨੂੰ ਪਤਾ ਵੀ ਉਹ ਆਤਮਾ ਪਰਮਾਤਮਾ 'ਚ ਨਹੀਂ ਵਿਸ਼ਵਾਸ ਰੱਖਦੇ, ਨਹੀਂ ਮੰਨਦੇ। ਫੈਸਲਾ ਕਰ ਲਿਆ, ਘਰ ਪੁੱਤਰ ਹੈ ਰਾਹੁਲ, ਮੈਂ ਛੱਡ ਜਾਣਾ। ਪਰ ਕਦੋਂ ਛੱਡਾਂਗਾ? ਜਦੋਂ ਸਾਰੇ ਜੀ ਸੁੱਤੇ ਹੋਣਗੇ। ਉਹਦੀ ਘਰ ਵਾਲੀ ਸੁੱਤੀ ਜਸ਼ੋਧਰਾ, ਬੇਟਾ ਰਾਹੁਲ ਸੁੱਤਾ, ਰਾਜ ਦਰਬਾਰ ਸਾਰੇ ਸੁੱਤੇ ਪਏ। ਇਹ ਫਿਰ ਰਾਤ ਨੂੰ ਉੱਠਿਆ, ਬੱਚਾ ਦੇਖਿਆ, ਇਸਤਰੀ ਦੇਖੀ।
मैं कहना कमाई उन्हां दी, ਉਹ ਬਦਲ ਦਿੱਤਾ ਉਹਨਾਂ ਸਭ ਕੁਝ ਇਨ ਭਾਰਤ 'ਚ। ਤੁਰੇ ਸੁੱਤਿਆਂ ਨੂੰ ਛੱਡ ਕੇ ਤੁਰੇ ਕਿ ਜਾਗ ਪਿਆ ਤੇ ਕਿਤੇ ਮੋਹ ਨਾ ਜਾਗ ਪਏ। ਗੁਰੂ ਤੇਗ ਬਹਾਦਰ ਜਿੱਦਣ ਤੁਰਿਆ ਨਾ ਦਿੱਲੀ ਨੂੰ, ਚੇਤੇ ਰੱਖਿਓ ਸੁੱਤਿਆਂ ਨੂੰ ਛੱਡ ਕੇ ਨਹੀਂ ਤੁਰਿਆ। ਮਾਂ ਵੀ ਵਿਦਿਆ ਕਰਨ ਆਈ, ਹਜ਼ੂਰ ਦੇ ਪਤਨੀ ਮਾਤ ਗੁਜਰੀ ਵਿਦਿਆ ਕਰਨ ਆਏ, 9 ਸਾਲ ਦਾ ਪੁੱਤਰ ਗੋਬਿੰਦ ਰਾਏ ਵਿਦਿਆ ਕਰਨ ਆਇਆ। ਸੱਚੇ ਵੇ ਗੁਰੂ ਤੇਗ ਬਹਾਦਰ ਤੇਰੇ ਬੈਰਾਗ ਨੂੰ ਨਮਸਕਾਰ ਹੈ। ਮੈਂ ਇਹ ਨਹੀਂ ਕਿ ਕਿਸੇ ਮਹਾਂਪੁਰਖ ਨੂੰ ਨੀਵਾਂ ਦਿਖਾ ਰਿਹਾ। ਤੁਸੀਂ ਦੇਖੋ ਜੋ ਗੁਰੂ ਤੇਗ ਬਹਾਦਰ ਕਹਿ ਰਹੇ ਆ ਕਿ ਮੋਹ ਤੋਂ ਮਮਤਾ ਤੋਂ ਇੱਕ ਹੋਰ ਮੇਰੀ ਬੇਨਤੀ, ਕੱਲੀ ਮੌਤ ਨਹੀਂ, ਮੈਂ ਕੱਲ ਵੀ ਸ਼ਾਇਦ ਪਿਛਲੀ ਜਦੋਂ ਆਇਆ ਸਾਂ ਮੈਂ ਅਰਜ਼ ਕੀਤੀ ਸੀ, ਆਪ ਸੂਝਵਾਨ ਬੈਠੇ ਹੋ। ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਮੈਂ ਰਿਪੀਟ ਕਰ ਲਗਾ ਕਥਾ, ਮੈਨੂੰ ਭੁੱਲਦੀ ਨਹੀਂ ਛੇਤੀ ਕਿਤੇ ਅਜੇ ਕਥਾ, ਜਿੱਥੇ ਮੈਂ 20 ਸਾਲ ਪਹਿਲਾਂ ਵੀ ਬੋਲਿਆ, ਮੈਨੂੰ ਪਤਾ ਮੈਂ ਕੀ ਬੋਲ ਕੇ ਗਿਆ। ਉਹਦਾ ਕਾਰਨ ਹੈ ਕਿਉਂਕਿ ਸਟੇਜ ਦਾ ਔਰਾ ਕਦੀ ਮਰਦਾ ਨਹੀਂ ਹੁੰਦਾ, ਉਹ ਤੁਹਾਨੂੰ ਲਫ਼ਜ਼ ਚਿੱਤ ਕਦੀ ਤੁਸੀਂ ਦੇਖਿਓ ਜਿੱਥੇ ਬੋਲੇ ਹੋਵੇਗਾ ਤੁਹਾਨੂੰ ਦੁਬਾਰਾ ਰਿਪੀਟ ਹੋਵੇਗਾ। ਕਿਉਂ? ਕਿਉਂਕਿ ਬੋਲੇ ਹੋਏ ਸ਼ਬਦ ਕਦੀ ਮਰਦੇ ਨਹੀਂ ਹੁੰਦੇ, ਉਹ ਅਦ੍ਰਿਸ਼ਟ ਘੁੰਮਦੇ ਨੇ ਤੁਹਾਡੇ ਦੁਆਲੇ, ਉਹ ਥਾਂ 'ਤੇ ਚਲੇ ਜਾਓ। ਤੇ ਇਸੇ ਕਰਕੇ ਸਾਧਨਾ ਵਾਲੇ ਕਹਿੰਦੇ ਆ ਕਿ ਬੰਦਗੀ ਕਰਦੇ ਆ, ਜਿਹੜਾ ਗ੍ਰਸਤੀ ਬੰਦਾ ਘਰ 'ਚ ਰਹਿੰਦਾ, ਅਸੀਂ ਤਾਂ ਰੋਜ਼ ਥਾਵਾਂ ਬਦਲਨੇ ਆ, ਇੱਕ ਥਾਂ 'ਤੇ ਬੈਠ ਕੇ ਇਬਾਦਤ ਕਰੋ, ਕਿਉਂਕਿ ਇੱਕ ਥਾਂ 'ਤੇ ਭਗਤੀ ਕੀਤੀ ਕੋਈ ਉਸ ਥਾਂ ਦਾ ਵਾਤਾਵਰਨ ਚੰਗਾ ਬਣਾ ਦਿੰਦੀ। ਸਾਡਾ ਯੋਰ ਹੁੰਦਾ ਵੀ ਘਰ ਬਣਾਉਣਾ ਨਾ, ਆਹ ਡੈਕੋਰੇਸ਼ਨ ਪਹਿਲੇ ਕਹਿੰਦੇ ਘਰ ਬਣਾਉਂਦੇ ਆ, ਆਹ ਫਰਨੀਚਰ ਲਿਆਉਣਾ, ਆਹ ਲਾਣਾ, ਆਹ ਲਾਣਾ। ਮੈਂ ਕਹਿੰਦਾ ਜੀ ਸਦਕੇ ਲਾਓ, ਪਰ ਘਰ ਫਰਨੀਚਰ ਨਾਲ ਨਹੀਂ ਸ਼ਿੰਗਾਰੇ ਜਾਂਦੇ, ਘਰ ਦੇ ਕਮਰੇ ਗੁਰੂ ਗੁਰੂ ਜਪ ਕੇ ਸ਼ਿੰਗਾਰੇ ਜਾਂਦੇ ਆ। ਕਦੀ ਤੁਸੀਂ ਦੇਖਿਓ, ਜਿਸ ਅਸੀਂ ਇੰਡੀਆ ਪਾਠ ਰਖਾਉਂਦੇ ਸਾਂ ਨਾ, ਹੁਣ ਤਾਂ ਚਲੋ ਹੈ ਨਹੀਂ ਵੀ ਪਾਠੀ ਸਿੰਘ ਵਾਹਿਗੁਰੂ ਜੀ ਦੀ ਖੇਡ ਹੀ ਵਾਪਰਦੀ ਪਈ ਹੈ। ਕਹਿਣਾ ਮੈਨੂੰ ਪਤਾ ਸਾਡੇ ਬਜ਼ੁਰਗ ਕਹਿੰਦੇ ਸਨ, ਪਾਠੀ ਸਿੰਘਾਂ ਤੁਸੀਂ ਘਰੋਂ ਨਹੀਂ ਜੇ ਜਾਣਾ, ਇੱਥੇ ਹੀ ਰਹਿਣਾ ਜੇ। ਉਹਨਾਂ ਇਸ਼ਨਾਨ ਕਰਨਾ, ਪਾਠ ਕਰਨਾ, ਹੱਥੀਂ ਲੰਗਰ ਤਿਆਰ ਕਰਨਾ, ਭਾਂਡੇ ਆਮ ਮਾਂਜਣੇ। ਤੇ ਸਾਨੂੰ ਸਮਝ ਵੀ ਨਹੀਂ ਸੀ ਬਾਬਾ ਜੀ ਕੀ ਪੜ੍ਹ ਰਿਹਾ, ਪਰ ਜਦੋਂ ਉਸ ਬੈਠਕ ਵਿੱਚੋਂ ਗੁਰੂ ਗ੍ਰੰਥ ਸਾਹਿਬ ਭੋਗ ਤੋਂ ਬਾਅਦ ਚਲੇ ਜਾਣਾ ਤੇ ਦੂਜੇ ਦਿਨ ਵੜਨਾ, ਅੰਦਰ ਨੂੰ ਠੰਡ ਪੈਣ ਲੱਗ ਪੈਣੀ, ਕਿਉਂਕਿ ਜੋ ਕੁਝ ਬੋਲਿਆ ਹੋਇਆ ਸੀ ਉੱਥੇ ਮੌਜੂਦ ਸੀ। ਸ਼ਬਦ ਦਾ ਵਿਸ਼ਾ ਬੜਾ ਡੂੰਘਾ, ਸ਼ਬਦ ਨਹੀਂ ਕਦੀ ਮਰਦਾ। ਇਸੇ ਕਰਕੇ ਗੁਰੂ ਕਹਿੰਦਾ ਮੈਂ ਮਰਨਾ ਨਹੀਂ, ਕਿਉਂਕਿ ਸ਼ਬਦ ਕਦੀ ਮਰਦਾ ਨਹੀਂ ਹੁੰਦਾ। ਦੁਨੀਆ ਮਰਦੀ, ਸ਼ਬਦ ਨਹੀਂ ਮਰਦਾ, ਉਹ ਸਦੀਵੀ ਹੈ। ਹਜ਼ੂਰ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਿਵਾਹ ਹੁੰਦਾ ਹੈ, ਆਨੰਦ ਕਾਰਜ। ਚਲੋ ਉਂਝ ਬਾਣੀ 'ਚ ਤੇ ਵਿਆਹ ਹੀ ਕਿਹਾ, ਵਿਆਹ ਹੋਆ ਮੇਰੇ ਬਾਬੁਲਾ। ਕਰਤਾਰਪੁਰ ਵਿਆਹ ਹੁੰਦਾ ਹੈ ਤੇ ਪੁੱਤਰ ਪਟਨਾ ਸਾਹਿਬ ਹੁੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੁਸੀਂ ਕਦੀ ਸਮਾਂ ਨੋਟ ਕਰਿਓ, ਕਰਤਾਰਪੁਰ ਤੇ ਵਿਆਹ ਤੋਂ ਲੈ ਕੇ ਗੁਰੂ ਗੋਬਿੰਦ ਰਾਏ ਜੀ ਦੇ ਪ੍ਰਕਾਸ਼ ਤੱਕ ਹਜ਼ੂਰ ਦੇ ਵਿਆਹ ਹੋਇਆਂ ਨੂੰ 33 ਸਾਲ ਹੋ ਚੁੱਕੇ ਆ। 33 ਸਾਲ, ਉਮਰ 45 ਸਾਲ ਹੋ ਗਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ, ਤੇ ਮਾਤਾ ਜੀ ਦੀ ਉਮਰ 42-43 ਹੈ ਨਾ, ਇੰਨੀ ਕੁ ਲਈਏ ਆਪਾਂ, ਹੈ ਨਾ। ਮੈਂ ਇਹ ਨਹੀਂ ਕਹਿਣ ਲੱਗਾ ਵੀ ਕੋਈ ਰੋਚਕ ਸਟੋਰੀ ਲਈ, ਤੁਸੀਂ ਥੋੜਾ ਦੇਖੋ, ਇਹ ਜਿਹੇ ਇਨਸਾਨ ਦੇਖੋ ਜਿਸ ਗ੍ਰਸਤੀ ਦੇ ਘਰ 33 ਸਾਲ 32 ਸਾਲ ਬਾਅਦ ਸੰਤਾਨ ਆ ਰਹੀ ਹੈ, ਉਹਦਾ ਅੰਦਰ ਮੋਹ ਨਹੀਂ ਕਹਿੰਦਾ ਮੈਂ ਮੇਰੇ ਘਰ ਬੱਚਾ ਆ ਰਿਹਾ ਮੈਂ ਘਰ ਰਹਿਣਾ ਨਹੀਂ। ਗੁਰੂ ਤੇਗ ਬਹਾਦਰ ਦਾ ਬੈਰਾਗ ਨਹੀਂ ਕਿਤੋਂ ਲੱਭਣਾ। ਪਟਨਾ ਸਾਹਿਬ ਦੀ ਧਰਤੀ ਤੇ ਪੁੱਤਰ ਦਾ ਜਨਮ ਹੋ ਰਿਹਾ ਹੈ। ਆਪ ਹਜ਼ੂਰ ਢਾਕੇ ਦੀ ਧਰਤੀ ਸਾਹਮਣੇ ਜਾ ਰਹੇ ਆ। ਉਸ ਰਾਤ ਸੱਚਮੁੱਚ ਚੌਂਕੜੇ 'ਚ ਨੇ, ਅੰਮ੍ਰਿਤ ਵੇਲੇ ਮੁਸਕਰਾਉਂਦੇ ਆ। ਸੇਵਾਦਾਰ ਪੁੱਛਦਾ ਤੇ ਮਹਾਰਾਜ ਕਹਿੰਦੇ ਆ ਅੱਜ ਗੁਰੂ ਨਾਨਕ ਦਾ 10ਵਾਂ ਜਾਮਾ ਇਸ ਧਰਤੀ ਤੇ ਆ ਗਿਆ ਹੈ। ਉੱਥੋਂ ਹੁਕਮਨਾਮਾ ਭੇਜਦੇ ਆ, ਪਟਨਾ ਸਾਹਿਬ ਹੁਕਮਨਾਮਾ ਪਿਆ ਜੀ ਹਜ਼ੂਰ ਦਾ। ਹੁਕਮਨਾਮੇ 'ਚ ਲਿਖਦੇ ਆ ਗੋਬਿੰਦ ਦਾਸ ਕੇ ਜਨਮ ਕੀ ਬਧਾਈ ਹੋ। ਉੱਥੇ ਗੋਬਿੰਦ ਦਾਸ ਯਾਦ ਰੱਖਿਓ, ਅਸੀਂ ਕਹਿੰਦੇ ਗੋਬਿੰਦ ਰਾਏ ਆ, ਪਰ ਹੁਕਮਨਾਮੇ 'ਚ ਗੋਬਿੰਦ ਦਾਸ ਕੇ ਜਨਮ ਕੀ ਬਧਾਈ ਹੋ। ਉਹ ਗੁਰਮੁਖ ਹੋ, ਕੋਈ ਉੱਥੇ ਵਿਜੇ ਦੀ ਲੋੜ ਥੋੜਾ ਸੀ, ਕੋਈ ਵਾਪਸੀ ਆਉਣ ਦੀ ਗੱਲ ਨਹੀਂ ਸੀ। ਪਰ ਇੱਕ ਦਿਨ ਨਹੀਂ, 2 ਦਿਨ ਨਹੀਂ, ਪੁੱਤਰ ਜਦੋਂ 5 ਸਾਲ ਦਾ ਹੋ ਗਿਆ, ਪਹਿਲੀ ਵਾਰੀ ਪਿਤਾ ਤੇ ਪੁੱਤਰ ਗੁਰੂ ਕੇ ਬਾਗ ਮਿਲੇ। ਪਟਨਾ ਸਾਹਿਬ ਤੋਂ ਬਾਹਰ ਇੱਕ ਗੁਰਦੁਆਰਾ ਗੁਰੂ ਕਾ ਬਾਗ, ਜਿਨ੍ਹਾਂ ਦਰਸ਼ਨ ਕੀਤੇ ਨੇ ਗੁਰਮੁਖੋ, ਰਹੀਮ ਬਖਸ਼ ਕਰੀਮ ਬਖਸ਼ ਦਾ ਬਾਗ, ਉਹ ਰੁੱਖ ਹੈ, ਸੁੱਕਾ ਬਾਗ। 5 ਸਾਲ ਦਾ ਪੁੱਤਰ
ਪਹਿਲੀ ਵਾਰੀ ਪਿਤਾ ਨੂੰ ਮਿਲਣ ਤੁਰਿਆ ਹੈ। ਜਦੋਂ ਪਿਤਾ ਤੇ ਪੁੱਤਰ ਮਿਲੇ ਆ, ਹਜ਼ੂਰ ਨੇ ਪੁੱਤਰ ਨੂੰ ਚੁੱਕਿਆ, ਗਲਵੱਕੜੀ ਲਿਆ, ਪਰ ਮੋਹ ਨਾਂ ਦੀ ਕੋਈ ਚੀਜ਼ ਨਹੀਂ। ਗੁਰਮੁਖੋ ਕਹਿੰਦੇ ਸੁੱਕਾ ਬਾਗ ਹਰਾ ਹੋ ਗਿਆ। ਉੱਥੋਂ ਹਜ਼ੂਰ ਪਟਨਾ ਸਾਹਿਬ ਹਵੇਲੀ 'ਚ ਆਏ, ਤਖਤ ਬਾਅਦ ਵਿੱਚ ਬੰਦ ਹੈ। ਫਿਰ ਬਿਹਾਰੀ ਲੋਕਾਂ ਨੇ ਹਜ਼ੂਰ ਦੀ ਆਰਤੀ ਉਤਾਰੀ। ਅੱਜ ਵੀ ਜਦੋਂ ਨਗਰ ਕੀਰਤਨ ਆਉਂਦਾ ਬਿਹਾਰੀ ਆਉਂਦੇ ਆ। ਵਾਹਿਗੁਰੂ ਇਹਨੂੰ ਇੱਧਰ ਨਾ ਜੋੜ ਕੇ ਕਿਹਾ ਜੇ ਮਨਮਤ, ਉਹਨੇ ਸਾਡੀ ਅੱਜ ਵੀ ਭਾਵਨਾ ਹੈ। ਪੁਰਬ ਵਾਲੇ ਦਿਨ ਜਦੋਂ ਹਜ਼ੂਰ ਦਾ ਸਵਰੂਪ ਅੰਦਰ ਆਉਂਦਾ ਹੈ ਤੇ ਉਹ ਕਹਿੰਦੇ ਆ ਸਾਡੇ ਲਈ ਗੁਰੂ ਗੋਬਿੰਦ ਰਾਏ ਆਇਆ ਹੈ। ਮੈਂ ਸਿਰਫ ਇੱਕ ਬੇਨਤੀ ਕਰਾਂਗਾ, ਹੁਣ ਤੁਸੀਂ ਸਮਾਂ ਦੇਖਿਓ, 33 ਸਾਲ 32 ਸਾਲ ਬਾਅਦ ਪੁੱਤਰ, ਹੱਦ ਹੋ ਗਈ। ਕੋਈ ਦੁਨੀਆ 'ਚ ਐਸਾ ਪੈਗੰਬਰ ਮਿਲੇਗਾ? ਫਿਰ ਕੋਈ ਸਮਾਂ ਰੁਕਦੇ ਆ ਪਟਨਾ ਸਾਹਿਬ, ਹਜ਼ੂਰ ਅਨੰਦਪੁਰ ਸਾਹਿਬ ਆ ਜਾਂਦੇ ਆ ਤੇ ਪਰਿਵਾਰ ਨੂੰ ਕਹਿੰਦੇ ਜਦੋਂ ਅਸੀਂ ਸੁਨੇਹਾ ਭੇਜਾਂਗੇ ਫਿਰ ਆਇਓ। ਪਰਿਵਾਰ ਬਾਅਦ ਵਿੱਚ ਆਉਂਦਾ, ਸਾਲ ਲੱਗ ਜਾਂਦਾ। ਸੱਚ ਵੇ ਗੁਰਮੁਖੋ, ਪਿਤਾ ਤੇ ਪੁੱਤਰ, ਮੈਂ ਜ਼ਿਆਦਾ ਨਹੀਂ ਦਾਅਵਾ ਨਹੀਂ ਕਰਦਾ, 2.5-3 ਸਾਲ ਤੋਂ ਵੱਧ ਪਿਓ ਤੇ ਪੁੱਤਰ ਇਕੱਠੇ ਨਹੀਂ ਰਹੇ। 9 ਸਾਲ ਦੀ ਉਮਰ 'ਚੋਂ ਕੈਸਾ ਬੈਰਾਗ ਹੋਵੇਗਾ। ਕਿਹਦਾ ਦਿਲ ਕਰਦਾ ਹੈ ਇਹ ਇਮੋਸ਼ਨ ਕਰ, ਕਿਹਦਾ ਦਿਲ ਕਰਦਾ ਮੇਰਾ ਪੁੱਤਰ ਏਜਾ ਸੋਹਣਾ ਸੁਨੱਖਾ, ਮੈਂ ਕੀ ਲੈਣਾ ਦੁਨੀਆ ਤੋਂ, ਸੜਦੀ ਮਰਦੀ ਕਿਸੇ ਦਾ ਧਰਮ ਮੈਨੂੰ ਕੀ। ਨਹੀਂ ਪਿਆਰਿਓ, ਮੈਂ ਤਾਂ ਹੀ ਕਿਹਾ ਗੁਰੂ ਤੇਗ ਬਹਾਦਰ ਤੁਰਦੇ ਆ, ਪਿਆਰ ਕਰਦੇ ਆ, ਪਰ ਬੈਰਾਗੀ ਨੇ, ਉਪਰਾਮ ਨੇ। ਇਸੇ ਕਰਕੇ ਦਾਸ ਨੇ ਇੱਕ ਬੇਨਤੀ ਕੀਤੀ, ਮੈਂ ਸਮਾਪਤੀ ਕਰ ਲੱਗਾ, ਕੱਲ੍ਹ ਨੂੰ ਵਿਸ਼ਾ ਆਪਾਂ ਸੰਪੂਰਨ ਕਰ ਦਿਆਂਗੇ। ਜੇ ਗੁਰੂ ਤੇਗ ਬਹਾਦਰ ਸਾਹਿਬ ਦਾ ਬੈਰਾਗ ਪੜ੍ਹਨਾ ਹੈ ਨਾ, ਜਿੰਨਾ ਕੁ ਪਾਠ ਕਰਦੇ ਮੈਨੂੰ ਸਮਝ ਪਈ ਜੀ, ਮੈਨੂੰ ਸਮਝਦਾਰ ਥੇ ਨਾ ਸਮਝੋ, ਮੇਰੀ ਸਮਝ ਆਖਰੀ ਸਮਝ। 2 ਸ਼ਬਦ ਗੁਰੂ ਤੇਗ ਬਹਾਦਰ ਦੇ ਨਿੱਜੀ ਜੀਵਨ ਦੀ ਵਿਆਖਿਆ ਨੇ। ਬਾਕੀ ਤਾਂ ਚਲੋ ਕਹਿੰਦੇ ਮਨ ਰੇ ਕਹਾਂ ਭਇਓ ਤੈਂ ਬੋਰਾ, ਮਨ ਰੇ ਕੌਣ ਕੁਮਾਤੈ ਲੀਨੀ, ਮਹਾਰਾਜ ਕੁਮਾਤੀ ਥੋੜਾ। 2 ਸ਼ਬਦ, ਇੱਕ ਸੋਰਠ ਰਾਗ ਦਾ, ਇੱਕ ਬਸੰਤ ਦਾ। ਬਸੰਤ ਰਾਗ ਦਾ ਸ਼ਬਦ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟਿਓ, ਕਰ ਬੈਠੋ ਵਿਸ਼ਰਾਮ। ਮਾਇਆ ਮਮਤਾ ਤਨ ਤੇ ਭਾਗੀ, ਉਪਜੋ ਨਿਰਮਲ ਗਿਆਨ, ਲੋਭ ਮੋਹ ਇਹ ਪਰਸ ਨਾ ਸਕੈ, ਗਈ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੂਕਾ, ਰਤਨ ਨਾਮ ਜਪ ਪਾਇਆ, ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ, ਨਿਜ ਸੁਖ ਮਾਹੇ ਸਮਾਇਆ। ਨਿਜ ਸੁਖ ਮਾਹੇ ਸਮਾਇਆ, ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਆਪਣਾ ਅੰਦਰ ਹੈ। ਤੇ ਜੇ ਪੁੱਛੋ ਮਹਾਰਾਜ ਬੈਰਾਗ ਦੀ ਗੱਲ ਕਰਦੇ ਹੋ, ਤੁਹਾਡਾ ਬੈਰਾਗ ਜੀਵਨ ਕੀ? ਫਿਰ ਸੋਠ ਰਾਗ ਦਾ ਸ਼ਬਦ ਪੜਿਓ, ਆਹ ਹੈ ਗੁਰੂ ਤੇਗ ਬਹਾਦਰ ਦਾ ਆਪਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੀ, ਇਹ ਹੈ ਬੈਰਾਗ। ਇਹ ਥੋੜਾ ਕਿਹਾ ਵੀ ਬੈਰਾਗ ਦਰ ਤੇ ਦੁੱਖ ਆ ਗਿਆ ਮੁਲਕ ਛੱਡ ਕੇ ਭੱਜੋ। ਦੁੱਖ ਆਵੇ, ਦੁੱਖ ਵਿੱਚ ਦੁੱਖ ਨੂੰ ਮਹਿਸੂਸ ਨਾ ਕਰੇ। ਪਿਆਰੋ ਸੁੱਖ ਆਵੇ ਤੇ ਸੁੱਖ ਨੂੰ ਜੱਫੀ ਨਾ ਪਾਏ। ਮੈਂ ਸਮਾਪਤੀ ਕਰਨ ਲੱਗਾ। ਦੇਖੋ ਇੱਕ ਹੋਰ ਬੇਨਤੀ ਹੈ, ਮੈਂ ਸਾਰੇ ਸ਼ਬਦ ਜਦੋਂ ਆਪ ਸਹਿਜ ਪਾਠ ਕਰਦੇ ਹੋ ਗੁਰਮੁਖੋ ਜ਼ਰੂਰ, ਜੇ ਇੱਕ ਪੰਨਾ ਰੋਜ਼ ਦਾ ਕਰ ਲਓ, ਆਪ ਭਜਣਾ ਥੋੜਾ। ਅਖੰਡ ਪਾਠੀ ਦਾ ਐਲਾਨ ਵੀ 60 ਅੰਗ ਕਰਨੇ ਹੀ ਕਰਨੇ ਨੇ। ਤੇ ਜੇ ਆਪਣੇ ਕੋਲ ਸਮਾਂ ਤੇ ਚੁੱਪ ਕਰਕੇ ਆਪਾਂ ਆਰਾਮ ਨਾਲ ਇੱਕ ਅੰਗ ਇਸ ਤਰ੍ਹਾਂ ਪੜ੍ਹੀਏ, ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰੀਏ। ਪੂਰਨ ਸਿੰਘ ਦੀ ਕਿਤਾਬ ਹੈ ਸਿੱਖੀ ਦਾ ਪ੍ਰੇਰਨਾ ਸਰੋਤ, ਵਾਲਟ ਵਿਟਮੈਨ। ਇਹ ਤੁਹਾਡਾ ਇੱਥੋਂ ਅਮਰੀਕਾ ਦਾ ਕਵੀ ਹੋਇਆ ਹੈ ਨਾ, ਵਾਲਟ ਵਿਟਮੈਨ। ਉਹ ਪਟਿਆਲਾ ਯੂਨੀਵਰਸਿਟੀ ਛਾਪੀ। ਉਹ 'ਚ ਇੱਕ ਪਹਿਰਾ ਬੜੇ ਕਮਾਲ ਦਾ, ਕਿਉਂਕਿ ਪੂਰਨ ਸਿੰਘ ਜੀ ਨੂੰ ਸਮਝਣ ਦੇ ਲਈ ਸੁਰਤ ਚਾਹੀਦੀ ਹੈ। ਬਰੀਕ ਸੁਰਤ ਤੋਂ ਬਿਨਾਂ ਪੂਰਨ ਸਿੰਘ ਸਮਝ ਨਹੀਂ ਪੈਂਦੇ। ਪ੍ਰੋਫੈਸਰ ਪੂਰਨ ਸਿੰਘ ਕਹਿ ਰਿਹਾ, ਭਗਤ ਪੂਰਨ ਸਿੰਘ ਨਹੀਂ। ਉਹ ਕਹਿੰਦੇ ਆ ਰਾਤ ਨੂੰ ਮੈਂ ਜੰਗਲ ਬਣਾ ਲੈਣਾ ਆਪਣੇ ਘਰ ਨੂੰ, ਕਿਉਂਕਿ ਉਹ ਇਹ ਜਿਹੜੇ ਲਿਟਰੇਚਰ ਨਾਲ ਸੰਬੰਧਿਤ ਨੇ ਉਹਨੂੰ ਪੰਜਾਬ ਦਾ 6ਵਾਂ ਦਰਿਆ ਕਹਿੰਦੇ ਆ ਪੂਰਨ ਸਿੰਘ ਨੂੰ। ਉਹ ਬੰਦੇ ਦੀ ਖੁੱਲੀ ਕਵਿਤਾ, ਕੱਲ੍ਹ ਵੀ ਅਸੀਂ ਭੈਣ ਜੀ ਕਰ ਬੈਠਿਆ, ਉਹ ਕਹਿੰਦਾ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਉਹਦੇ ਵਿੱਚ ਉਹ ਕਹਿੰਦਾ ਹੈ, ਪ੍ਰੋਫੈਸਰ ਸਾਹਿਬ ਕਹਿੰਦੇ ਉਹਨਾਂ ਦੀ ਪੋਤੀ ਦਾ ਇੱਕ ਦਿਨ ਮੈਨੂੰ ਫੋਨ ਆਇਆ। ਉਹ ਕਹਿੰਦੇ ਤੁਸੀਂ ਬੜਾ ਜ਼ਿਕਰ ਕਰਦੇ ਹੋ, ਤੇ ਮੈਂ ਵੈਸੇ ਮਿਲਿਆ ਨਹੀਂ ਪਰਿਵਾਰ ਨੂੰ, ਬਟ ਤੁਸੀਂ ਦੇਖੋ ਮੈਂ ਤੁਹਾਨੂੰ ਉਹਨੇ ਕਿਹਾ ਵੀ ਸੁਰਤੀ ਇਹ 12 ਘੰਟੇ ਸੁਖਮਨੀ ਸਾਹਿਬ ਚੇਤੇ ਕੀਤਾ ਉਹਨਾਂ ਨੇ, ਪੂਰਨ ਸਿੰਘ ਜੀ ਉਹਨਾਂ ਨੇ, ਪ੍ਰੋਫੈਸਰ ਸਾਹਿਬ ਨੇ। ਇਹ ਦੇਹਰਾਦੂਨ ਸਨ। ਉਹਨਾਂ ਦੀ ਕਿਤਾਬ ਹੈ ਪੂਰਨ ਸਿੰਘ ਦੀ ਜੀਵਨ, ਤੇ ਮਾਇਆ ਦੇਵੀ ਉਹਨਾਂ ਦੀ ਵਾਈਫ ਨੇ ਲਿਖੀ। ਉਹ ਅੱਜ ਕੱਲ੍ਹ ਮਿਲਦੀ ਨਹੀਂ, ਮੇਰੇ ਕੋਲ ਇੱਕ ਹੈ ਕਾਪੀ ਉਹਦੀ। ਉਹਦੇ ਵਿੱਚ ਕਹਿੰਦੀ ਇੱਕ ਦਿਨ ਸਵੇਰੇ ਮੈਂ ਕਿਹਾ ਚਾਹ ਲੈ ਗਈ ਤੇ ਉਹ ਸੁਖਮਨੀ ਸਾਹਿਬ ਪੜ੍ਹਨ ਫਿਰ ਭੁੱਲ ਜਾਣ। ਕਹਿੰਦਾ ਮਾਇਆ ਬੜੇ ਥੋੜ੍ਹੇ ਜਿਹੇ ਗੁੱਸੇ ਵਾਲੇ ਵੀ ਸਨ। ਜਿਹੜਾ ਪਰਮਾਰਥੀ ਬੰਦਾ ਇਮੋਸ਼ਨਲ ਬਹੁਤ ਹੁੰਦਾ ਹੈ। ਕਹਿੰਦਾ ਮਾਇਆ ਪੂਰਨ ਨੂੰ ਨਾ ਰੋਟੀ ਦੇਣੀ ਨਾ ਪਾਣੀ ਦੇਣਾ ਹੈ, ਮੈਂ ਇਹ ਆਪਣੇ ਕੋਲੋਂ ਸ਼ਬਦ ਬਣਾ ਰਿਹਾ।
ਗੁਟਕਾ ਫੜਿਆ, ਜਿਉਂ ਬੈਠੇ ਸਵੇਰ ਤੋਂ ਸ਼ਾਮ ਨੂੰ 9 ਵਜੇ ਤੱਕ ਕਹਿੰਦੇ ਨੇ ਅਸ਼ਟਪਦੀ ਕੋਈ ਸੁਣ ਲੈ, ਗੁਰੂ ਅਰਜਨ ਦੇਵ ਅੰਦਰ ਵਸ ਗਿਆ। ਕਿਉਂਕਿ ਬਾਣੀ ਜਿਹੜੀ ਹੈ ਅੱਖਰ ਨਹੀਂ, ਬਾਣੀ 'ਚ ਗੁਰੂ ਵਰਤਦਾ ਹੈ। ਜਦੋਂ ਸਾਰੀ ਮੈਲ ਝਾੜ ਕੇ ਗੁਰੂ ਨੂੰ ਆਵਾਜ਼ ਮਾਰੋ, ਗੁਰੂ ਅੰਦਰ ਵਸ ਜਾਂਦਾ। ਕਿ ਜਿੰਨਾ ਇਕਾਗਰ, ਸਿੱਧੀ ਗੱਲ ਜੀ, ਜਿੰਨਾ ਫੋਨ ਤੇ ਲੋਡ ਪਾਓਗੇ ਓਨਾ ਐਸਤਾ ਚੱਲਣਾ ਹੈ, ਜਿੰਨਾ ਡਿਲੀਟ ਕਰ ਦਿਓਗੇ ਛਾਲਾ ਮਾਰੇਗਾ। ਇਹ ਵੀ ਉਹੀ ਜੇ, ਜਿੰਨਾ ਲੋਕਾਂ ਦੀਆਂ ਫਾਈਲਾਂ ਚੁੱਕੀ ਫਿਰਨੇ ਆ ਓਨਾ ਹੀ ਸਿਮਰਨ 'ਚ ਨਹੀਂ ਚੱਲਦਾ। ਇਹਨੂੰ ਬਾਹਰ ਕੱਢ ਕੇ ਮਾਰੋ, ਆਪੇ ਜਪਜੀ ਸਾਹਿਬ ਪੜ੍ਹਨ ਲੱਗ ਪਏਗਾ। ਇਹ ਲੋੜ ਹੀ ਇੰਨਾ ਪਿਆ ਤੇ ਕਰੇ ਕੀ। ਉਹਦੇ ਵਿੱਚੋਂ ਕਹਿੰਦੇ ਆ ਮੈਂ ਰਾਤ ਨੂੰ ਘਰ ਨੂੰ ਜੰਗਲ ਬਣਾਉਣਾ। ਮੈਂ ਫਿਰ ਸਮਝਿਆ ਵੀ ਜੰਗਲ, ਸਾਰੇ ਜੀ ਸੌਂ ਗਏ, ਗ੍ਰਹਿ ਬਨ ਸੰਸਰ ਹੋ ਗਿਆ। ਕਹਿੰਦਾ ਫਿਰ ਮੈਂ ਪੋਥੀ ਖੋਲਣਾ, ਫਿਰ ਮੈਂ ਗੱਲਾਂ ਕਰਨਾ ਆਪਣੇ ਬਾਬੇ ਨਾਲ। ਕਹਿੰਦਾ ਸ਼ਬਦ ਪੜ੍ਹਨਾ, ਤੁਕ ਵਿੱਚੋਂ ਗੁਰੂ ਨਾਨਕ ਬਾਹਾਂ ਕੱਢਦਾ ਹੈ, ਮੈਨੂੰ ਲਿਬੜੇ ਤਿਬੜੇ ਨੂੰ ਕੁੱਟ ਕੇ ਜੱਫੀ ਪਾਉਂਦਾ ਹੈ। ਸਵੇਰੇ ਦਿਨ ਚੜ੍ਹਦਾ, ਉਸੇ ਜੱਫੀ ਵਿੱਚ ਮੈਂ ਬੈਠਾ ਹੁੰਦਾ। ਕਹਿੰਦਾ ਜਿਹੜੀ ਤੁਕ ਸ਼ੁਰੂ ਕੀਤੀ ਸਵੇਰੇ ਵੀ ਹੋਈ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਦਾ ਬੈਰਾਗ ਆਹ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਅਰ ਭੈ ਨਹੀਂ ਜਾਂ ਕੈ ਕੰਚਨ ਮਾਟੀ ਮਾਨੇ, न निंदिया न उस्त जांकै लोभ मोह अभिमाना, हर सोग ते रह न्यारो नाहे मान अपमाना, आशा मनसा सगल त्यागै आह बैरागी, जगते रह निराशा, काम क्रोध जै परसै नाहिन, तेह घट ब्रह्म निवासा, गुर कृपा जे नर को कीनी, तेह ए जुगत पछानी। अपने आप नहीं आउंदा, गुर कृपा जे नर को कीनी, तेह ए जुगत पछानी, नानक लीन भयो गोबिंद सिंह ज्यों पानी संग पानी। बाकी विचार आपां कल नूं करांगे। सवेरे 9 वजे का टाइम गुरमुखां रखिआ। मेरे तो बोलदिआं बहुत भुल्लां होईआं ने, साध संगत जी बख्श दिया जे। कल नूं फिर सवेरे मैं टाइम फिर अज तुहाडा यादा लै गया, मेरी मजबूरी है, रुकिया नहीं जाता। तो फिर मैं सोचना मना मैं कथा सच्ची लो प्रोफैशनली करदा, पता नहीं तुहाडे चों किहड़ी बंदगी वाली रूह किसी शब्द ते खुश होकर असीस देता है। असी संगत पिछे छुटना है, साडे कर्म नहीं इहो जिहे। आप जी का बहुत बहुत धन्नवाद। सवेरे आपां बैराग तो अगे अनुराग 2 मिनट नाम जप लीए जी बस। करो किरपा सारे जी, कोई रसना विरवी रांझी ना रहे। अज आपां 3 हिस्सियां जपांगे। पहला मैं बोलांगा, फिर खालसा जी तुसी सारे सीधे, तीजे हिस्से च बीबियां पता लग जाए किहड़ा किहड़ा नहीं बोलदा। करो किरपा। सतनाम वाहिगुरु, सतनाम वाहिगुरु। सारे सिंह बोलो उच्ची आवाज। बीबियां सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु। सारे कृपा करो प्लीज। सतनाम वाहिगुरु, सतनाम वाहिगुरु। सतनाम वाहिगुरु, सतनाम वाहिगुरु।
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਾਧ ਸੰਗਤ ਜੀ, ਬਹੁਤ ਭੁੱਲਾਂ ਹੋਈਆਂ ਨੇ, ਮਨ ਕਰਕੇ, ਬੋਲ ਕਰਕੇ, ਸੂਖਸ਼ਮ ਤੋਂ ਫੁਰਨਿਆਂ ਕਰਕੇ। ਆਪ ਸੰਗਤ ਬਖਸ਼ਣ ਜੋਗੋ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹੈ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ ਘਰ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੈ ਸਦਾ ਸਿਵਤ ਸਲਾਹਾ ਤੇਰੀ। ਨਾਮ ਮਨ ਵਸਾਵੈ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੁ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਚ ਦੋ ਤੁਧ ਵਸ ਕੀਤੇ, ਕਾਲ ਕੰਟ ਕੋ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਵਾ ਤਿਤ ਘਰ, ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ
उतरे सगल विसूरे, दुख रोग संताप उतरे, सुनी सच्ची बाणी। संत साजन भय सरसे पूरे, गुर ते जानी सुनते पुनीत। कहते पवित्र सतगुर रहे आप भरपूरे, बिनवंत नानक गुर चरण लागे, वाजे अनहद तूरे सलोक। पवन गुरु पाणी पिता, माता धरत महत, दिवस रात दोए दाई दाया। खेलै सगल जगत चंगियाइयां बुराइयां, वाचै धर्मा दूर। करमी आपो अपनी, के नेड़ै के दूर। जिन्नी नाम ध्याया, गए मशक्कत घाल। नानक ते मुख उजले, केती छुने। वाहिगुरू जी का खालसा, वाहिगुरू।